सवाल जवाब भाग 34वां। तत् गुरमत ज्ञान टीवी टीम ਵੱਲੋਂ जो सवाल जवाब ਦਾ ਵਿਸ਼ਾ ਚਾਲੂ ਕੀਤਾ ਗਿਆ ਹੈ ਉਹ ਅੱਜ 34ਵਾਂ ਭਾਗ ਸਰੋਤਿਆਂ ਦੇ ਸਨਮੁਖ ਹਾਜ਼ਰ ਕੀਤਾ ਜਾ ਰਿਹਾ ਹੈ। ਤੁਸੀਂ ਇਸ ਐਪੀਸੋਡ ਨੂੰ ਲਗਾਤਾਰ बड़े अच्छे रिस्पॉन्स दे रहे हो, बहुत संगतां पसंद कर रही ने, सवाल जवाब लगातार आ रहे ने, समर्था अनुसार इन्हां दे जवाब दिते जा रहे ने। आस करते हाँ तुसीं इन्हां नूं अपने संगियां साथियां नाल साझा भी करोगे अते इस जो खेचल की गई है, मेहनत की गई है, उहनूं सफला करन दे विच अपना योगदान पाओगे। अज अगला 34वां हिस्सा सवाल नंबर 341 भाई मलकीत सिंह खालसा। इन्हां दा सवाल है, भगत रविदास जी किस जात नाल संबंधित सन? शूदरां नूं तां ज्ञान हासिल करन दी आग्या नहीं सी, ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ, ਜੀਭ ਕੱਟ ਦਿੱਤੀ ਜਾਂਦੀ ਸੀ ਤੇ ਵੱਧ ਤੋਂ ਵੱਧ ਤਸੀਹੇ ਦੇ ਕੇ ਖਤਮ ਕਰ ਦਿੱਤਾ ਜਾਂਦਾ ਸੀ। ਫਿਰ ਰਵਿਦਾਸ ਜੀ ਇਤਨੇ ਪੜ੍ਹ ਕਿਵੇਂ ਗਏ? ਗੁਰੂ ਪਿਆਰ ਵਾਲਿਓ, ਇਹ ਬੜਾ ਗੰਭੀਰ ਸਵਾਲ ਹੈ। ਰਵਿਦਾਸ ਜੀ, ਕਬੀਰ ਜੀ, ਨਾਮਦੇਵ ਜੀ ਅਤੇ ਹੋਰ ਵੀ ਪਛੜੀਆਂ ਜਾਤਾਂ ਨਾਲ ਸੰਬੰਧਿਤ ਮਹਾਂਪੁਰਖ ਅੱਜ ਦੇ ਜ਼ਮਾਨੇ 'ਚ ਡਾਕਟਰ ਅੰਬੇਦਕਰ ਵਰਗੇ ਵੀ ਬਹੁਤ ਮੁਸ਼ਕਲਾਂ ਦੇ ਵਿੱਚੋਂ ਦੀ ਲੰਘ ਕੇ ਵਿੱਦਿਆ ਹਾਸਲ ਕਰ ਸਕੇ, ਪਰ ਉਹਨਾਂ ਨੇ ਮਿਹਨਤ ਨਹੀਂ ਛੱਡੀ। ਦਿਮਾਗ ਉਹਨਾਂ ਦਾ ਚੱਲਦਾ ਸੀ, ਆਪਣੇ ਸਮਾਜ ਨਾਲ ਉਹਨਾਂ ਦਾ ਪਿਆਰ ਸੀ, ਹਮਦਰਦੀ ਸੀ ਤੇ ਸੁਧਾਰ ਕਰਨ ਦੀ ਇੱਛਾ ਸ਼ਕਤੀ ਸੀ। ਆਪਣਾ ਆਪਾ ਭਾਵੇਂ ਲੇਖੇ ਲੱਗ ਜਾਵੇ, ਪਰ ਉਹਨਾਂ ਨੇ ਕਦੇ ਡਰ ਭੈ ਆਪਣੇ ਮਨ ਦੇ ਵਿੱਚ ਨਹੀਂ ਰੱਖਿਆ। ਅੱਜ ਦੇ ਬਹੁਤ ਸਾਰੇ ਪਛੜੀਆਂ ਜਾਤਾਂ ਨਾਲ ਸੰਬੰਧਿਤ ਵੱਡੇ ਅਹੁਦਿਆਂ 'ਤੇ ਪਹੁੰਚ ਚੁੱਕੇ ਇਨਸਾਨ ਉਹ ਆਪਣੇ ਨਿੱਜ ਵਾਸਤੇ ਤਾਂ ਬਹੁਤ ਕੁਝ ਇਕੱਠਾ ਕਰ ਲੈਂਦੇ ਨੇ, ਪਰ ਆਪਣੇ ਭੈਣਾਂ ਭਰਾਵਾਂ ਵਾਸਤੇ ਉਹ ਬਹੁਤਾ ਕੁਝ ਨਹੀਂ ਸੋਚਦੇ। ਜਿਹੜਾ ਉੱਚੇ ਲੈਵਲ 'ਤੇ ਪਹੁੰਚ ਗਿਆ ਆਪਣੇ ਪਰਿਵਾਰ ਨੂੰ ਤਾਂ ਉੱਚਾ ਚੁੱਕਣ ਵਾਸਤੇ ਸਾਰੀ ਵਾਹ ਲਾ ਦਿੰਦਾ, ਪਰ ਆਪਣੇ ਸਮਾਜ ਨੂੰ, ਆਪਣੇ ਪਛੜੇ ਹੋਏ ਭੈਣ ਭਰਾਵਾਂ ਨੂੰ, ਆਪਣੇ ਜਾਤੀ ਭੈਣਾਂ ਭਰਾਵਾਂ ਨੂੰ ਉੱਪਰ ਚੁੱਕਣ ਵਾਸਤੇ ਬਹੁਤਾ ਉਪਰਾਲਾ ਨਹੀਂ ਕਰਦਾ। ਹਾਕਮ ਧਿਰਾਂ ਨਾਲ ਹੀ ਆਮ ਤੌਰ 'ਤੇ ਜਾ ਕੇ ਰਲ ਜਾਂਦਾ ਹੈ। ਅਤੇ ਰਵਿਦਾਸ ਜੀ ਨੇ ਅਤੇ ਕਬੀਰ ਜੀ ਨੇ ਇੰਨੀ ਵਿੱਦਿਆ ਕਿਵੇਂ ਹਾਸਲ ਕੀਤੀ? ਇਹਨਾਂ ਦੇ ਅੰਦਰ ਇੱਛਾ ਸ਼ਕਤੀ ਤਾਂ ਹੈ ਸੀ, ਉਹ ਤਾਂ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ, ਪਰ ਜਿੰਨਾ ਕੁ ਮੈਂ ਸਟੱਡੀ ਕਰ ਚੁੱਕਿਆ ਉਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਦੇਣ ਲੱਗਿਆ। ਭਗਤ ਰਾਮਾਨੰਦ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਇੱਕ ਸ਼ਬਦ ਹੈ ਜੋ ਤੀਰਥ ਯਾਤਰਾ ਮੂਰਤੀ ਪੂਜਾ ਨੂੰ ਤਿਆਗ ਕੇ ਇੱਕ ਨਿਰੰਕਾਰ ਨੂੰ ਹਿਰਦੇ ਵਿੱਚ ਵਸਾਉਣ ਦੀ ਤਾਕੀਦ ਕਰਦਾ ਹੈ। ਰਾਮਾਨੰਦ ਜੀ ਦਾ ਭਾਵੇਂ ਇੱਕ ਸ਼ਬਦ ਹੀ ਗੁਰੂ ਘਰ ਵਿੱਚ ਪ੍ਰਵਾਨ ਹੋਇਆ ਹੈ, ਪਰ ਇਸ ਤੋਂ ਇਲਾਵਾ ਇਹਨਾਂ ਨੇ ਦੂਜੇ ਖੇਤਰ ਵਿੱਚ ਜੋ ਸੇਵਾ ਕੀਤੀ ਉਹ ਬੇਜੋੜ ਹੈ, ਲਾਮਿਸਾਲ ਹੈ। ਰਾਮਾਨੰਦ ਜੀ ਨੇ ਮਹਿਸੂਸ ਕਰ ਲਿਆ ਸੀ ਕਿ ਸੰਸਕ੍ਰਿਤ ਇਸ ਦੇਸ਼ ਦੇ ਆਮ ਲੋਕਾਂ ਦੀ ਬੋਲੀ ਨਾ ਕਦੀ ਬਣ ਸਕੀ ਹੈ, ਨਾ ਬਣ ਸਕੇਗੀ। ਫਿਰ ਪੁਜਾਰੀ ਸ਼੍ਰੇਣੀ ਨੇ ਸੰਸਕ੍ਰਿਤ ਨੂੰ ਆਪਣੇ ਜਕੜਬੰਦ ਵਿੱਚ ਰੱਖਿਆ ਹੋਇਆ ਹੈ, ਹੋਰਨਾਂ ਲਈ ਪੜ੍ਹਨ ਦੀ ਮਨਾਹੀ ਹੈ। ਫਿਰ ਵੀ ਅਗਰ ਕੋਸ਼ਿਸ਼ ਕਰਕੇ ਕੋਈ ਇਨਸਾਨ ਸੰਸਕ੍ਰਿਤ ਦਾ ਵਿਦਵਾਨ ਬਣ ਹੀ ਜਾਵੇ ਤਾਂ ਇਸ ਬੋਲੀ ਨੂੰ ਸਮਝਣ ਵਾਲਾ ਦੇਸ਼ ਦੇ ਵਿੱਚ ਕੋਈ ਨਹੀਂ ਹੈ। ਜੇਕਰ ਪਤਾ ਲੱਗ ਜਾਵੇ ਕਿ ਕਿਸੇ ਸ਼ੂਦਰ ਨੇ ਸੰਸਕ੍ਰਿਤ ਪੜ੍ਹ ਲਈ ਹੈ ਤਾਂ ਉਸ ਦੀ ਖੈਰ ਨਹੀਂ, ਨਾ ਹੀ ਪੜ੍ਹਾਉਣ ਵਾਲਾ ਬਚੇਗਾ। ਰਾਮਾਨੰਦ ਜੀ ਨੇ ਸੋਚ ਵਿਚਾਰ ਕਰਕੇ ਸਾਰੇ ਦੇਸ਼ ਵਿੱਚ ਘੁੰਮ ਕੇ ਵੇਖਣ ਤੋਂ ਬਾਅਦ ਕਾਂਸ਼ੀ ਤੀਰਥ 'ਤੇ ਆਪਣਾ ਗੁਪਤ ਮੱਠ ਯਾਨੀ ਕਿ ਵਿੱਦਿਆ ਕੇਂਦਰ ਬਣਾ ਲਿਆ। ਆਪਣੀ ਜ਼ਿੰਦਗੀ ਦਾ ਤਜਰਬਾ ਸਾਰਿਆਂ ਨਾਲ ਸਾਂਝਾ ਕਰਦੇ, ਦੇਸ਼ ਵਾਸੀਆਂ ਦੀ ਤਰਸਯੋਗ ਹਾਲਤ ਬਿਆਨ ਕਰਦੇ, ਦੇਸ਼ ਦੇ ਲੋਕਾਂ ਦੀ ਗੁਲਾਮੀ ਗਲੋਂ ਲਾਹੁਣ ਬਾਰੇ ਢੰਗ ਤਰੀਕੇ ਸਾਰਿਆਂ ਦੇ ਸਨਮੁਖ ਰੱਖਦੇ। ਰਾਮਾਨੰਦ ਜੀ ਨੇ ਖੁਦ ਬ੍ਰਾਹਮਣ ਜਾਤੀ ਨਾਲ ਸੰਬੰਧਿਤ ਸਨ, ਪਰ ਇਹਨਾਂ ਨੇ ਜੋ ਸ਼ੂਦਰਾਂ ਨੂੰ ਪੜ੍ਹਾਉਣ ਦਾ ਲਾਮਿਸਾਲ ਕਾਰਜ ਕੀਤਾ ਉਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਤਨੀ ਘੱਟ ਹੈ। ਰਾਮਾਨੰਦ ਜੀ ਦੇ ਮਾਤਾ ਪਿਤਾ ਬਾਰੇ ਜਾਂ ਜਨਮ ਤਰੀਕ ਬਾਰੇ ਕੋਈ ਭਰੋਸੇਯੋਗ ਲਿਖਤ ਨਹੀਂ ਮਿਲਦੀ। ਸਾਰੇ ਇਤਿਹਾਸਕਾਰਾਂ ਦੇ ਵਿਚਾਰ ਅੱਡੋ ਅੱਡ ਮਤ ਪੇਸ਼ ਕਰਦੇ ਹਨ। ਬ੍ਰਾਹਮਣਾਂ ਦੀ ਸੰਕੀਰਣਤਾ, ਧਰਮ ਦੀ ਕਠੋਰਤਾ, ਰਾਜਿਆਂ ਦਾ ਜ਼ਾਲਮ ਰਵੱਈਆ ਵਾਲਾ ਕਾਰਜ ਨਿਭਾਇਆ। ਖੁਦ ਬ੍ਰਾਹਮਣ ਪਰਿਵਾਰ ਵਿੱਚ ਜਨਮ ਲੈ ਕੇ ਜਾਤ ਪਾਤੀ ਜਕੜਬੰਦ ਤੋੜਨ ਵਿੱਚ ਰਾਮਾਨੰਦ ਜੀ ਨੇ ਵਿਸ਼ੇਸ਼ ਯੋਗਦਾਨ ਪਾਇਆ। ਰਾਮਾਨੰਦ ਜੀ ਤੋਂ ਬੇਅੰਤ ਲੋਕਾਂ ਨੇ ਵਿੱਦਿਆ ਪੜ੍ਹੀ। ਰਾਮਾਨੰਦ ਜੀ ਤੋਂ ਵਿੱਦਿਆ ਪ੍ਰਾਪਤ ਕਰਕੇ 5 ਸਿਤਾਰੇ ਆਕਾਸ਼ ਵਿੱਚ ਚਮਕਣ ਲੱਗੇ।
ਜਿਨ੍ਹਾਂ ਨੇ ਗਿਆਨ ਦੀਆਂ ਹਨੇਰੀਆਂ ਵਗਾ ਦਿੱਤੀਆਂ, ਜਿਨ੍ਹਾਂ ਨੇ ਸਮਾਜ ਨੂੰ ਨਵਾਂ ਜੀਵਨ ਰਾਹ ਪ੍ਰਦਾਨ ਕੀਤਾ, ਜਿਨ੍ਹਾਂ ਨੇ ਇੱਕ ਰੱਬ ਨੂੰ ਆਪਣਾ ਮੁਕਤੀਦਾਤਾ ਮੰਨਿਆ, ਬਾਕੀ ਸਭ ਕੁਝ ਗਲੋਂ ਲਾ ਦਿੱਤਾ। ਇਹ 5 ਗਿਆਨਵਾਨ ਯੋਧੇ ਸਨ: ਕਬੀਰ ਜੀ, ਪੀਪਾ ਜੀ, ਰਵਿਦਾਸ ਜੀ, ਧੰਨਾ ਜੀ ਅਤੇ ਸੈਣ ਜੀ। ਹੋ ਸਕਦਾ ਹੈ ਗੁਰੂ ਨਾਨਕ ਸਾਹਿਬ ਨੂੰ ਇਹ ਰੌਸ਼ਨ ਸਿਤਾਰੇ ਕਾਂਸ਼ੀ ਦੀ ਯਾਤਰਾ ਸਮੇਂ ਇੱਕੋ ਵਾਰੀ ਮਿਲ ਗਏ ਹੋਣ, ਸਾਰਿਆਂ ਨਾਲ ਚਰਚਾ ਕੀਤੀ ਹੋਵੇ ਤੇ ਉਸ ਸਮੇਂ ਇਹਨਾਂ ਦੀ ਬਾਣੀ ਦੇ ਉਤਾਰੇ ਕਰਵਾ ਲਏ ਹੋਣ। ਰਾਮਾਨੰਦ ਜੀ ਮਹਾਨ ਸਨ, ਮਨੁੱਖਤਾ ਦਾ ਭਲਾ ਚਾਹੁਣ ਵਾਲੇ ਸਨ। ਇਹਨਾਂ ਦੀ ਅਗਵਾਈ ਵਿੱਚ ਬਹੁਤ ਸਾਰੇ ਸੇਵਕਾਂ ਨੇ ਸਮਾਜ ਕਲਿਆਣ ਦੇ ਵਡੇਰੇ ਕਾਰਜ ਕੀਤੇ। ਅਸਲ ਦੇ ਵਿੱਚ ਰਾਮਾਨੰਦ ਜੀ ਦਾ ਪਿਛੋਕੜ ਦੱਖਣੀ ਸੂਬਿਆਂ ਦੇ ਨਾਲ ਸੀ। ਆਂਧਰਾ ਪ੍ਰਦੇਸ਼ ਜਾਂ ਤਾਮਿਲਨਾਡੂ ਆਦਿ ਚੋਂ ਕਿਸੇ ਥਾਂ ਤੋਂ ਆਏ ਸੀ ਤੇ ਉਹਨਾਂ ਨੇ ਜੋ ਅੰਦਰ ਉਹਨਾਂ ਦੇ ਵਲਵਲਾ ਸੀ ਕਿ ਜਾਤ ਪਾਤ ਨੂੰ ਤੋੜਨਾ ਹੈ, ਉਹ ਭਾਵੇਂ ਖੁਦ ਬ੍ਰਾਹਮਣ ਜਾਤੀ ਨਾਲ ਸੰਬੰਧਿਤ ਮੰਨੇ ਜਾਂਦੇ ਨੇ, ਪਰ ਉਹਨਾਂ ਨੇ ਜਾਤੀ ਪਾਤੀ ਸੰਗਲਾਂ ਨੂੰ, ਲਕੀਰਾਂ ਨੂੰ, ਹੱਦਬੰਦੀਆਂ ਨੂੰ ਤੋੜ ਕੇ ਸਾਰੇ ਇਨਸਾਨਾਂ ਨੂੰ ਬਰਾਬਰ ਜਾਣਿਆ। ਗੁਪਤ ਰੂਪ ਦੇ ਵਿੱਚ ਲੁਕ ਕੇ, ਵਿੱਦਿਆ ਕੇਂਦਰ ਬਣਾ ਕੇ ਤੇ ਮੱਠ ਬਣਾ ਕੇ, ਝੁੱਗੀਆਂ ਝੌਂਪੜੀਆਂ ਪਾ ਕੇ ਬ੍ਰਾਹਮਣ ਤੋਂ ਚੋਰੀ ਛੁਪੇ ਉਹਨੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਪੜ੍ਹਾਇਆ। ਪਰ ਇਹ ਜਿਹੜੇ 5 ਦਾ ਦਾਸ ਨੇ ਜ਼ਿਕਰ ਕੀਤਾ, ਇਹਨਾਂ ਤੋਂ ਹੀ ਰਵਿਦਾਸ ਜੀ ਨੇ ਵਿੱਦਿਆ ਹਾਸਲ ਕੀਤੀ। ਬਾਅਦ ਦੇ ਵਿੱਚ ਜਦੋਂ ਇੱਕ ਵਾਰੀ ਸਹੀ ਮਾਰਗ 'ਤੇ ਬੰਦਾ ਚੱਲ ਪਵੇ, ਜ਼ਿੰਦਗੀ ਦੀ ਸੇਧ ਮਿਲ ਜਾਵੇ, ਫਿਰ ਜੇ ਉਹ ਮਿਹਨਤੀ ਹੈ, ਦਿਮਾਗ ਚੱਲਦਾ ਹੈ ਤੇ ਰਾਹ ਅੱਗੇ ਤੋਂ ਅੱਗੇ ਖੁੱਲ੍ਹਦੇ ਚਲੇ ਜਾਂਦੇ ਨੇ। ਰਵਿਦਾਸ ਜੀ, ਕਬੀਰ ਜੀ ਨੇ ਇਹਨਾਂ ਮਹਾਨ ਪੁਰਖਾਂ ਤੋਂ ਵਿੱਦਿਆ ਪ੍ਰਾਪਤ ਕੀਤੀ ਸੀ ਤੇ ਅੱਗੋਂ ਹੋਰਨਾਂ ਬੇਅੰਤ ਲੋਕਾਂ ਨੂੰ ਵਿੱਦਿਆ ਦਿੱਤੀ ਅਤੇ ਬ੍ਰਾਹਮਣ ਨੂੰ ਕਰਾਰੀ ਸੱਟ ਮਾਰੀ। ਜੋ ਪਾਖੰਡ ਚਲਾਇਆ ਹੋਇਆ ਸੀ ਜਾਤ ਪਾਤ ਦਾ ਬ੍ਰਾਹਮਣ ਨੇ, ਉਹਨੂੰ ਬਹੁਤ ਹੱਦ ਤੱਕ ਕਮਜ਼ੋਰ ਕਰ ਦਿੱਤਾ। ਅੱਗੋਂ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੀ ਵਿਚਾਰਧਾਰਾ ਨੂੰ ਅਪਣਾ ਲਿਆ। ਇੱਕ ਵਿਧੀ ਪੂਰਵਕ ਸਿਸਟਮ ਦੀ ਉਸਾਰੀ ਕਰਕੇ ਗੁਰੂ ਨਾਨਕ ਸਾਹਿਬ ਨੇ ਜਾਤ ਪਾਤ, ਕਰਮਕਾਂਡ, ਜ਼ਾਲਮ ਰਾਜਨੀਤੀ ਅਤੇ ਹੋਰ ਸਾਰੇ ਜਿਹੜੇ ਭੈੜੇ ਵਰਤਾਰੇ ਸਮਾਜ ਦੇ ਵਿੱਚ ਚੱਲ ਰਹੇ ਸੀ, ਉਹਨਾਂ ਨੂੰ ਖਤਮ ਕਰਨ ਦਾ ਆਪਣੇ ਵੱਲੋਂ ਪੂਰਾ ਉਪਰਾਲਾ ਕੀਤਾ। ਸਵਾਲ ਨੰਬਰ 342, ਭਾਈ ਸੰਦੀਪ ਸਿੰਘ ਸਨ ਆਫ ਸਰਦਾਰ ਮੇਜਰ ਸਿੰਘ, ਅੰਮ੍ਰਿਤਸਰ। ਇਹਨਾਂ ਦਾ ਸਵਾਲ ਹੈ, ਗੁਰੂ ਗ੍ਰੰਥ ਸਾਹਿਬ ਜੀ ਜਾਤ ਪਾਤ ਊਚ ਨੀਚ ਨੂੰ ਨਹੀਂ ਮੰਨਦੇ, ਪਰ ਸਿੱਖਾਂ ਵਿੱਚ ਫਿਰ ਜਾਤ ਪਾਤ ਕਿਉਂ ਹੈ? ਸਿੱਖਾਂ ਵਿੱਚ ਹਾਲੇ ਅਕਲ ਦੀ ਘਾਟ ਹੈ, ਮੂਰਖਤਾ ਬਹੁਤ ਜ਼ਿਆਦਾ ਹੈ। ਜੇ ਸਿੱਖਾਂ ਕੋਲੇ ਅਕਲ ਹੁੰਦੀ ਤਾਂ ਅੱਜ ਤੱਕ ਸਿੱਖਾਂ ਦੇ ਵਿੱਚ ਇੰਨੀ ਆਬਾਦੀ ਹੋਣੀ ਸੀ ਕਿ ਉਹ ਅੱਧੇ ਦੇਸ਼ ਦੇ ਉੱਤੇ ਰਾਜ ਕਰਨ ਦੇ ਸਮਰੱਥ ਬਣ ਸਕਦੇ ਸਨ। ਕਿਉਂਕਿ ਸ਼ੂਦਰ ਭੈਣ ਭਾਈਆਂ ਨੂੰ ਜੇ ਸਿੱਖਾਂ ਦੇ ਵਿੱਚ ਸਤਿਕਾਰ ਦਿੱਤਾ ਜਾਂਦਾ, ਸਾਡੇ ਲੀਡਰ ਦੂਰ ਅੰਦੇਸ਼ ਹੁੰਦੇ, ਸਮਝਦਾਰ ਹੁੰਦੇ, ਤਾਂ ਅੱਜ ਲੋਕਤੰਤਰੀ ਢੰਗ ਦੇ ਨਾਲ ਅਸੀਂ ਬਹੁਗਿਣਤੀ ਬਣਾ ਕੇ ਵੋਟਾਂ ਦੇ ਰਾਹੀਂ ਪੰਜਾਬ ਦੇ ਵਿੱਚ ਤਾਂ ਆਪਣਾ ਰਾਜ ਪੰਜਾਬ ਦਾ ਕਾਇਮ ਕਰਨਾ ਹੀ ਕਰਨਾ ਸੀ, ਬਲਕਿ ਪੰਜਾਬ ਤੋਂ ਬਹੁਤ ਸਾਰੇ ਬਾਹਰਲੇ ਸੂਬਿਆਂ ਦੇ ਵਿੱਚ ਵੀ ਸਿੱਖਾਂ ਦਾ ਰਾਜ ਹੋ ਸਕਦਾ ਸੀ, ਹੋ ਸਕਦਾ ਹੈ, ਤੇ ਸਾਰੇ ਰਲ ਮਿਲ ਕੇ ਏਕਤਾ ਕਰਕੇ ਭਾਰਤ ਦੇ ਰਾਜ ਉੱਤੇ ਵੀ ਕਾਬਜ਼ ਹੋ ਜਾਂਦੇ। ਪਰ ਇਸ ਤਰ੍ਹਾਂ ਦੀ ਦੂਰਅੰਦੇਸ਼ੀ ਸਿੱਖਾਂ ਦੇ ਵਿੱਚ ਨਹੀਂ ਹੈ। ਜਾਤ ਪਾਤ ਇੰਨੀ ਭਾਰੂ ਹੈ, ਇਹ ਗੁਰਬਾਣੀ ਨੂੰ ਮੱਥਾ ਤਾਂ ਟੇਕਦੇ ਨੇ ਪਰ ਗੁਰਬਾਣੀ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹਨ। ਬਾਹਰ ਤਾਂ ਰਿਸ਼ਤੇਦਾਰੀਆਂ 'ਚ, ਆਮ ਸਮਾਜ ਦੇ ਵਿੱਚ ਤਾਂ ਜਾਤ ਪਾਤ ਦਾ ਕੋੜ ਸਾਡੇ ਗਲ 'ਚ ਪਿਆ ਹੋਇਆ ਹੈ ਹੀ ਹੈ, ਪਰ ਗੁਰਦੁਆਰਿਆਂ ਦੇ ਅੰਦਰ ਵੀ ਇਹ ਕੋੜ ਦੇਖਿਆ ਜਾ ਸਕਦਾ ਹੈ। ਬਹੁਤ ਸਾਰੇ ਗੁਰਦੁਆਰਿਆਂ 'ਚ ਆਖੇ ਜਾਂਦੇ ਨੀਵੀਂ ਜਾਤ ਵਾਲੇ ਭੈਣਾਂ ਭਾਈਆਂ ਨੂੰ ਇੱਕ ਕਤਾਰ ਦੇ ਵਿੱਚ ਬਿਠਾ ਕੇ ਪ੍ਰਸ਼ਾਦਾ ਵੀ ਨਹੀਂ ਛਕਾਇਆ ਜਾਂਦਾ, ਉਹਨਾਂ ਨੂੰ ਲੰਗਰ ਵਰਤਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਉਹਨਾਂ ਨੂੰ ਅਲੱਗ ਬਿਠਾ ਕੇ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਤੁਸੀਂ ਨੀਵੀਂ ਜਾਤ ਦੇ ਹੋ, ਉੱਥੇ ਬਿਠਾ ਕੇ ਉਹਨਾਂ ਨੂੰ ਅਲੱਗ ਲੰਗਰ ਖਵਾਇਆ ਜਾਂਦਾ ਹੈ। ਇਸ ਦਾ ਅਖਬਾਰਾਂ ਦੇ ਵਿੱਚ ਬਹੁਤ ਵਾਰੀ ਜ਼ਿਕਰ ਆ ਚੁੱਕਿਆ ਹੋਇਆ ਹੈ। ਹਾਈ ਕੋਰਟ ਤੱਕ ਕਈਆਂ ਨੇ ਮੁਕੱਦਮੇ ਵੀ ਕੀਤੇ ਨੇ ਕਿ ਭਾਰਤ ਦੇ ਕਾਨੂੰਨ ਦੇ ਮੁਤਾਬਕ ਜਾਤ ਪਾਤੀ ਨਫ਼ਰਤ ਕਰਨੀ ਅਪਰਾਧ ਹੈ, ਪਰ ਅਦਾਲਤਾਂ ਵੀ ਬੇਬਸ ਹੋ ਜਾਂਦੀਆਂ ਨੇ ਕਿਉਂਕਿ ਰਾਜਨੀਤਿਕ ਲੋਕ ਕੁਝ ਵੀ ਕਰਨਾ ਨਹੀਂ ਚਾਹੁੰਦੇ। ਰਾਜਨੀਤੀ ਦੇ ਵਿੱਚ ਵੀ ਜਾਤ ਪਾਤ ਖਲੋਤੀ ਹੈ ਤੇ ਪੁਲਿਸ ਮੁਲਾਜ਼ਮ ਅਤੇ ਹੋਰ ਜਿਹੜੇ ਸਾਡੇ ਬਹੁਤ ਸਾਰੇ ਅਦਾਲਤਾਂ ਦੇ ਵਿੱਚ ਬੈਠੇ ਜੱਜ ਨੇ, ਉਹਨਾਂ ਦੇ ਵਿੱਚ ਵੀ ਜਾਤ ਪਾਤੀ ਭਾਰੂ ਹੈ। ਕਈਆਂ ਥਾਵਾਂ 'ਤੇ ਤਾਂ ਜੇ ਪਹਿਲਾਂ ਸ਼ੂਦਰ ਜਾਤ ਨਾਲ ਸੰਬੰਧਿਤ ਜੱਜ ਕਿਸੇ ਦਫ਼ਤਰ 'ਚ ਬੈਠ ਕੇ ਆਪਣੀ ਅਦਾਲਤ ਲਾਉਂਦਾ ਤੇ ਉਹਦੀ ਕਿਤੇ ਬਦਲੀ ਹੋ ਜਾਂਦੀ ਹੈ, ਉਸ ਤੋਂ ਬਾਅਦ ਕੋਈ ਬ੍ਰਾਹਮਣ ਜੱਜ ਉੱਥੇ ਆ ਜਾਂਦਾ ਸ਼ੂਦਰ ਵਾਲੇ ਦਫ਼ਤਰ ਦੇ ਵਿੱਚ ਜਿੱਥੋਂ ਸ਼ੂਦਰ ਬਦਲ ਕੇ ਗਿਆ, ਤਾਂ ਕਈਆਂ ਥਾਵਾਂ 'ਤੇ ਇਹ ਘਿਨਾਉਣੀ ਹਰਕਤ ਵੇਖਣ ਨੂੰ ਮਿਲੀ ਹੈ।
ब्राह्मण जज ने आके उस शूदर दे जा चुकण तो बाद अपने दफ्तर नूं साफ सफाई करा के गंगा जल छिड़के मंत्र पढ़ के धूप दे के आरती उतार के फिर पवित्र कीता तां उत्थे कुर्सी ते बैठा। नहीं तां ब्राह्मण शूदर वाले जिहड़ा कि उहदे बराबर दा जज है ਉਹਦੇ ਚਲੇ ਜਾਣ ਤੋਂ ਬਾਅਦ ਦਫ਼ਤਰ ਦੇ ਵਿੱਚ ਕੁਰਸੀ 'ਤੇ ਬਹਿਣ ਨੂੰ ਵੀ ਬਹੁਤੇ ਲੋਕ ਤਿਆਰ ਨਹੀਂ ਹੈਗੇ। ਇੱਥੋਂ ਤੱਕ ਹਾਲਤ ਨਿੱਘਰੀ ਹੋਈ ਹੈ। ਇਹਦੇ ਵਾਸਤੇ ਆਪਾਂ ਨੂੰ ਲਗਾਤਾਰ ਯਤਨ ਕਰਨਾ ਚਾਹੀਦਾ ਹੈ। ਗੁਰਬਾਣੀ ਦਾ ਵਾਸਤਾ ਪਾ ਕੇ, ਭਾਰਤ ਦੇ ਕਾਨੂੰਨ ਦਾ ਵਾਸਤਾ ਪਾ ਕੇ ਸੰਗਤਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ। ਜੇ ਕੋਈ ਜਾਤੀ ਪਾਤੀ ਨਫ਼ਰਤ ਕਰਦਾ ਹੈ ਉਹਦੇ ਵਿਰੁੱਧ ਆਪਣੇ ਲੋਕਾਂ ਨੂੰ ਲਾਮਬੰਦ ਕਰਨਾ ਚਾਹੀਦਾ ਹੈ। ਉਹਨੂੰ ਫਟਕਾਰਾਂ ਪਾਉਣੀਆਂ ਚਾਹੀਦੀਆਂ ਨੇ ਤੇ ਉਹਨੂੰ ਦਸਣਾ ਚਾਹੀਦਾ ਹੈ ਕਿ ਤੂੰ ਗੁਰਬਾਣੀ ਨੂੰ ਕੇਵਲ ਮੱਥੇ ਟੇਕਦਾ ਹੈ, ਗੁਰਬਾਣੀ ਦਾ ਸਤਿਕਾਰ ਨਹੀਂ ਕਰਦਾ। ਗੁਰਬਾਣੀ ਤਾਂ ਬਾਰ-ਬਾਰ ਕਹਿ ਰਹੀ ਹੈ, ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ ਤੇ ਚੱਲੈ ਬਹੁਤ ਬੇਕਾਰਾ। ਬਹੁਤ ਕੁਝ ਗੁਰਬਾਣੀ 'ਚ ਲਿਖਿਆ ਹੋਇਆ। ਸੋ ਜਾਤ ਪਾਤ ਨੂੰ ਗੁਰਬਾਣੀ ਨਹੀਂ ਮੰਨਦੀ, ਪਰ ਸਿੱਖਾਂ ਨੇ ਮੂਰਖਤਾ ਦੇ ਕਾਰਨ ਜਾਤ ਪਾਤ ਨੂੰ ਅਜੇ ਤੱਕ ਆਪਣੇ ਗਲ ਪਵਾਇਆ ਹੋਇਆ ਤੇ ਅਜੇ ਤੱਕ ਇਹ ਸੁੱਚ ਭਿੱਟ ਜਾਤ ਪਾਤ ਊਚ ਨੀਚ ਖਤਮ ਨਹੀਂ ਕਰ ਸਕੇ। ਜੇ ਕਿਤੇ ਇਹ ਖਤਮ ਕਰ ਦੇਣ ਤਾਂ ਇਹਨੂੰ ਬਹੁਤ ਵੱਡੀਆਂ ਪ੍ਰਾਪਤੀਆਂ ਹੋ ਸਕਦੀਆਂ ਨੇ। ਸਵਾਲ ਨੰਬਰ 343 ਭਾਈ ਮਨਦੀਪ ਸਿੰਘ ਜਲੰਧਰ ਤੋਂ। ਇਹਨਾਂ ਦਾ ਸਵਾਲ ਹੈ, ਕੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿਰ ਢੱਕਣਾ ਜ਼ਰੂਰੀ ਹੈ? ਜੀ ਹਾਂ, ਇਹ ਜ਼ਰੂਰੀ ਹੈ। ਜੇ ਤਾਂ ਅਸੀਂ ਗੁਰਦੁਆਰੇ ਜਾਂਦੇ ਹਾਂ ਜਿੱਥੇ ਸੰਗਤ ਜੁੜੀ ਹੋਈ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਜੋ ਗੁਰਦੁਆਰੇ ਦਾ ਪ੍ਰੋਟੋਕੋਲ ਬਣਾਇਆ ਹੋਇਆ ਹੈ, ਭਾਵ ਕਿ ਮਰਿਆਦਾ ਬਣਾਈ ਹੋਈ ਹੈ, ਉਹਦੀ ਪਾਲਣਾ ਕਰਨੀ ਜ਼ਰੂਰੀ ਹੈ। ਅਤੇ ਗੋਰਿਆਂ ਦੇ ਵਿੱਚ ਨੰਗੇ ਸਿਰ ਵੀ ਜਾਂਦੇ ਨੇ ਆਪਣੇ ਚਰਚ ਦੇ ਵਿੱਚ। ਜੇ ਪਹਿਲਾਂ ਕਿਸੇ ਨੇ ਸਰਦੀ ਦੇ ਕਾਰਨ ਟੋਪ ਲਿਆ ਹੋਇਆ ਤਾਂ ਉਹ ਟੋਪ ਨੂੰ ਇੱਕ ਪਾਸੇ ਉਤਾਰ ਕੇ ਰੱਖ ਦਿੰਦੇ ਨੇ ਅਤੇ ਜੋੜਾ ਜੁੱਤੀ ਆਪਣੇ ਪੈਰਾਂ 'ਚ ਪਾ ਕੇ ਚਰਚ ਦੇ ਵਿੱਚ ਅੰਦਰ ਜਾਂਦੇ ਨੇ ਅਤੇ ਕੁਰਸੀਆਂ ਦੇ ਉੱਤੇ ਬੈਠਦੇ ਨੇ। ਉਹਨਾਂ ਨੇ ਇਸ ਪਰੰਪਰਾ ਨੂੰ ਪ੍ਰਵਾਨ ਕਰ ਲਿਆ। ਇਹਦੇ ਵਿੱਚ ਕੋਈ ਬੁਰਾ ਨਹੀਂ ਮਨਾਉਂਦਾ, ਸਗੋਂ ਜਿਹੜਾ ਟੋਪ ਨਹੀਂ ਉਤਾਰਦਾ ਉਹਦੇ 'ਤੇ ਹੱਸਦੇ ਨੇ ਕਿ ਤੂੰ ਆਪਣਾ ਟੋਪਾ ਕਿਉਂ ਨਹੀਂ ਉਤਾਰਿਆ। ਇਸੇ ਤਰ੍ਹਾਂ ਆਪੋ ਆਪਣੀਆਂ ਕੋਈ ਮਰਿਆਦਾਵਾਂ ਹੁੰਦੀਆਂ ਨੇ। ਇਸ ਮਾਮੂਲੀ ਜੀ ਗੱਲ ਦੇ ਕਾਰਨ ਕਿਸੇ ਨਾਲ ਵਿਰੋਧ ਕਰਨਾ, ਕਿਸੇ ਨਾਲ ਝਗੜਾ ਕਰਨਾ, ਕਿਸੇ ਦੀ ਨਾਰਾਜ਼ਗੀ ਛੇੜਨੀ, ਇਹ ਕੋਈ ਬਹੁਤੀ ਸਿਆਣਪ ਨਹੀਂ ਹੈ। ਹਾਂ, ਜੇ ਤੁਸੀਂ ਆਪਣੇ ਘਰ ਦੇ ਵਿੱਚ ਮੋਬਾਈਲ ਤੋਂ, ਕੰਪਿਊਟਰ ਤੋਂ ਜਾਂ ਕਿਸੇ ਪੋਥੀ ਤੋਂ ਪਾਠ ਕਰਨਾ ਚਾਹੁੰਦੇ ਹੋ, ਇਹ ਕਿਸੇ ਨੂੰ ਦੱਸਣ ਦੀ, ਕਹਿਣ ਦੀ, ਪੁੱਛਣ ਦੀ ਜ਼ਰੂਰਤ ਨਹੀਂ ਹੈ। ਆਲੇ ਦੁਆਲੇ ਮਸ਼ਹੂਰੀ ਖੱਟਣ ਦੀ ਲੋੜ ਨਹੀਂ ਹੈ ਕਿ ਤੁਸੀਂ ਲੋਕਾਂ ਨੂੰ ਜਾ ਕੇ ਦੱਸੋ ਕਿ ਮੈਂ ਤਾਂ ਸਿਰ ਨੰਗੇ ਪਾਠ ਕਰਦਾ ਹੁੰਦਾ। ਇਹ ਤੁਹਾਡਾ ਪਰਸਨਲ ਮਾਮਲਾ ਹੈ। ਹੁਣ ਕਈ ਵਾਰੀ ਆਪਾਂ ਮੂੰਹ ਜ਼ਬਾਨੀ ਪਾਠ ਕਰ ਰਹੇ ਹੁੰਦੇ ਹਾਂ ਅਤੇ ਕਿਤੇ ਬਾਥਰੂਮ ਦੇ ਵਿੱਚ ਵੀ ਕਈ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ, ਤੁਰੇ ਫਿਰਦੇ ਵੀ ਪਾਠ ਕਰ ਰਹੇ ਨੇ, ਕਈਆਂ ਨੇ ਸਿਰ ਢੱਕਿਆ ਅਤੇ ਕਿਸੇ ਨੇ ਨਹੀਂ ਢੱਕਿਆ। ਇਹ ਉਹਦਾ ਪਰਸਨਲ ਮਾਮਲਾ ਹੈ। ਪਰ ਜਿਹੜਾ ਸਮਾਜ ਦੇ ਵਿੱਚ ਮਰਿਆਦਾ ਬਣਾਈ ਗਈ ਹੈ ਉਹਦੀ ਪਾਲਣਾ ਕਰਨੀ ਜ਼ਰੂਰੀ ਹੈ। ਤਾਂ ਗੁਰਦੁਆਰੇ ਜਾਣਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਾਣਾ, ਮੱਥਾ ਟੇਕਣਾ ਤਾਂ ਸਿਰ ਢੱਕਿਆ ਹੋਣਾ ਜ਼ਰੂਰੀ ਹੈ। ਜੋੜੇ ਆਦਿਕ ਬਾਹਰ ਉਤਾਰਨੇ ਜ਼ਰੂਰੀ ਨੇ ਅਤੇ ਭਾਵ ਕਿ ਹੋਰ ਵੀ ਕੁਝ ਮਰਿਆਦਾਵਾਂ ਜਿਤਨੀ ਦੇਰ ਤੱਕ ਅਸੀਂ ਆਪਣਾ ਪੱਖ ਸੰਗਤਾਂ ਦੇ ਸਾਹਮਣੇ ਰੱਖ ਕੇ ਮਰਿਆਦਾਵਾਂ ਦੇ ਵੀ ਤਬਦੀਲੀ ਨਹੀਂ ਕਰਵਾ ਲੈਂਦੇ ਵੇ, ਉਤਨੀ ਦੇਰ ਤੱਕ ਇਹਨਾਂ ਮਰਿਆਦਾਵਾਂ ਨੂੰ ਪਾਲਣ ਕਰਨਾ ਹਾਲ ਦੀ ਘੜੀ ਜ਼ਰੂਰੀ ਹੈ। ਨਿੱਕੀਆਂ ਨਿੱਕੀਆਂ ਗੱਲਾਂ 'ਤੇ ਵਿਵਾਦ ਨਾ ਛੇੜੀਏ, ਕਿਉਂਕਿ ਇਹ ਗੱਲ ਬਹੁਤ ਛੋਟੀ ਹੈ ਅਤੇ ਆਪਾਂ ਨੂੰ ਇਹਨਾਂ ਸਿਰ ਢੱਕਣੇ ਵਾਲੀ ਗੱਲ 'ਤੇ ਲੋਕਾਂ ਦੀ ਨਾਰਾਜ਼ਗੀ ਨਹੀਂ ਛੇੜਨੀ ਚਾਹੀਦੀ। ਇਹ ਬਹੁਤ ਛੋਟਾ ਮਸਲਾ ਹੈ। ਸਵਾਲ ਨੰਬਰ 344 ਭਾਈ ਹਰਜੀਤ ਸਿੰਘ ਰੋਪੜ। ਇਹਨਾਂ ਦਾ ਸਵਾਲ ਹੈ, ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੱਡੀ ਵਿੱਚ ਲੈ ਕੇ ਜਾਣਾ ਸਹੀ ਹੈ? ਜੀ ਹਾਂ, ਬਿਲਕੁਲ ਸਹੀ ਹੈ। ਅਤੇ ਅਸੀਂ ਜੇ ਅੱਜ ਗੁਰੂ ਸਾਹਿਬਾਨ ਹੋਣ, ਉਹਨਾਂ ਨੂੰ ਵੀ ਜਹਾਜ਼ਾਂ ਦੇ ਵਿੱਚ ਜਾਣਾ ਕੋਈ ਬੁਰਾ ਨਹੀਂ ਸੀ ਲੱਗਣਾ, ਗੱਡੀਆਂ 'ਚ ਸਫ਼ਰ ਕਰ ਸਕਦੇ ਸੀ। ਜੇ ਗੁਰੂ ਗੋਬਿੰਦ ਸਿੰਘ ਜਾਂ 6ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ ਉਹਨਾਂ ਜ਼ਮਾਨਿਆਂ 'ਚ ਉਸ ਸਮੇਂ ਦੀ ਸਵਾਰੀ ਘੋੜਾ ਆਦਿਕ ਵਰਤਦੇ ਸਨ ਅਤੇ ਘੋੜੇ ਦੀ ਸਵਾਰੀ ਕਰਦੇ ਸਨ, ਜਾਂ ਜਿਹੜੀਆਂ ਹੋਰ ਵੀ ਸਵਾਰੀਆਂ ਹੋਣਗੀਆਂ, ਊਠ ਵਗੈਰਾ, ਹਾਥੀ ਵਗੈਰਾ, ਉਹਨਾਂ ਦੀ ਸਵਾਰੀ ਵੀ ਕਰਨੀ ਉਹਨਾਂ ਵਾਸਤੇ ਜਾਇਜ਼ ਸੀ, ਤਾਂ ਅੱਜ ਬਾਰੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ, ਜਿਹੜੀ ਵੀ ਸਾਡੇ ਵਾਸਤੇ ਸਵਾਰੀ ਮੌਜੂਦ ਹੈ ਉਹਦੇ 'ਚ ਲੈ ਕੇ ਜਾ ਸਕਦੇ ਹਾਂ। ਮਿਸਲਾਂ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਨੂੰ ਘੋੜਿਆਂ 'ਤੇ ਲੱਦ ਕੇ ਆਪਣੇ ਅੱਗੇ ਰੱਖ ਕੇ ਵੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਇਆ ਜਾਂਦਾ ਸੀ। ਅੱਜ ਗੱਡੀ 'ਚ ਰੱਖ ਕੇ ਵੀ ਲਿਜਾਇਆ ਜਾ ਸਕਦਾ ਹੈ। ਅੱਜ ਤਾਂ ਸਾਧਨ ਹੋਰ ਵੀ ਹੋ ਗਏ ਨੇ। ਤੁਸੀਂ ਪੈਨ ਡਰਾਈਵ ਦੇ ਵਿੱਚ, ਸੀਡੀਆਂ ਦੇ ਵਿੱਚ ਜਾਂ ਹੋਰ ਅਨੇਕਾਂ ਸਾਧਨ ਨੇ, ਮੋਬਾਈਲ 'ਚ, ਕੰਪਿਊਟਰ 'ਚ ਵੀ ਗੁਰੂ ਗ੍ਰੰਥ ਸਾਹਿਬ ਦੀਆਂ
ਜਿਹੜੀ ਬਾਣੀ ਹੈ ਉਹ ਮੌਜੂਦ ਹੁੰਦੀ ਹੈ, ਉਹਨੂੰ ਵੀ ਤਾਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਂਦੇ ਹੀ ਆ। ਜਿਸ ਢੰਗ ਨਾਲ ਅਸੀਂ ਆਪ ਸਫ਼ਰ ਕਰਦੇ ਹਾਂ ਉਸੇ ਤਰ੍ਹਾਂ ਸਾਡਾ ਮੋਬਾਇਲ ਜਾਂ ਕੰਪਿਊਟਰ CD ਜਾਂ ਪੈਨ ਡਰਾਈਵ ਉਹ ਵੀ ਸਾਡੇ ਨਾਲ ਹੀ ਹੁੰਦੀ ਹੈ। ਤੋ ਪ੍ਰਿੰਟ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਹੈ ਉਹਦਾ ਆਪਾਂ ਨੇ ਇੱਕ ਮਰਿਆਦਾ ਬਣਾ ਦਿੱਤੀ ਹੈ। ਉਹਨੂੰ ਸੰਭਾਲ ਕੇ ਅਰਮਾਲਿਆਂ 'ਚ ਵਲੇਟ ਕੇ ਗੱਡੀ 'ਚ ਲਿਜਾਣ ਦੇ ਵਿੱਚ ਕੋਈ ਹਰਜ ਨਹੀਂ ਹੈ। ਅਤੇ ਅਸੀਂ ਤਾਂ ਵਿਦੇਸ਼ਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਖੁਦ ਭੇਜਦੀ ਹੈ ਅਤੇ ਕਿੰਨੇ ਕਿੰਨੇ ਸਰੂਪ ਇਕੱਠੇ ਵਿਦੇਸ਼ਾਂ ਨੂੰ ਵੀ ਜਾਂਦੇ ਨੇ ਪੈਕ ਹੋ ਕੇ, ਸਮੁੰਦਰੀ ਜਹਾਜ਼ਾਂ ਦੇ ਰਾਹੀਂ ਵੀ ਜਾਂਦੇ ਨੇ, ਹਵਾਈ ਜਹਾਜ਼ਾਂ ਦੇ ਰਾਹੀਂ ਵੀ ਜਾਂਦੇ ਨੇ। ਇਸੇ ਤਰ੍ਹਾਂ ਹੋਰ ਵੀ ਬਹੁਤ ਤਰੀਕੇ ਨੇ ਇੱਕ ਥਾਂ ਤੋਂ ਦੂਜੇ ਥਾਂ 'ਤੇ ਭੇਜਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਪ੍ਰਬੰਧ ਕੀਤੇ ਗਏ ਨੇ ਅਤੇ ਕੀਤੇ ਜਾਂਦੇ ਰਹਿਣੇ ਚਾਹੀਦੇ ਨੇ। ਅਤੇ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈ। ਜੇ ਇੰਨੀਆਂ ਆਪਾਂ ਰੋਕਾਂ ਪਾਬੰਦੀਆਂ ਲਾਵਾਂਗੇ ਅਤੇ ਫਿਰ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਤੋਂ ਵੀ ਅਸੀਂ ਰਹਿ ਜਾਵਾਂਗੇ, ਪੜ੍ਹ ਹੀ ਨਹੀਂ ਸਕਾਂਗੇ। ਸੋ ਇਹ ਗੱਡੀ ਮੋਟਰ ਦੀ ਵਰਤੋਂ ਕਰਨੀ ਵਾਜਬ ਹੈ, ਨਹੀਂ ਤਾਂ ਆਪਾਂ ਸਿਰ 'ਤੇ ਚੁੱਕੀ ਫਿਰੀ ਜਾਵਾਂਗੇ। ਕਿੱਡੀ ਕੁ ਦੂਰ ਲੈ ਕੇ ਜਾ ਸਕਦੇ ਹਾਂ? ਰਸਤੇ ਖਰਾਬ ਨੇ, ਸੜਕ ਤਪੀ ਹੋਈ ਹੈ ਜਾਂ ਠੰਡ ਬਹੁਤ ਹੈ, ਬਰਫ਼ ਪਈ ਹੋਈ ਹੈ, ਉਹ ਸਾਰੀਆਂ ਹਾਲਾਤਾਂ ਵੇਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਸਮੇਂ ਅਨੁਸਾਰ ਕਿਸੇ ਵੀ ਵਹੀਕਲ ਦੀ ਵਰਤੋਂ ਕਰਨੀ ਵਾਜਬ ਹੈ। ਇਹਦੇ ਵਿੱਚ ਕੋਈ ਭਰਮ ਵਾਲੀ ਗੱਲ ਨਹੀਂ ਹੈ। ਸਵਾਲ ਨੰਬਰ 345 ਭਾਈ ਸੁਖਬੀਰ ਸਿੰਘ ਮਾਨਸਾ। ਇਨਸਾਨ ਦੀ ਮੌਤ ਹੋਣ 'ਤੇ ਮ੍ਰਿਤਕ ਦੇਹ ਕੋਲ ਖਲੋ ਕੇ ਅਰਦਾਸ ਕੀਤੀ ਜਾਂਦੀ ਹੈ, ਕੀ ਇਹ ਗੁਰਮਤ ਹੈ? ਇਹ ਸਵਾਲ ਇਹਨਾਂ ਨੇ ਪੁੱਛਿਆ। ਬਹੁਤ ਕੁਝ ਸਿੱਖਾਂ ਦੇ ਵਿੱਚ ਅਜਿਹਾ ਦਾਖਲ ਹੋ ਚੁੱਕਿਆ ਹੋਇਆ ਜਿਹੜਾ ਗੁਰਬਾਣੀ ਦੇ ਅਸੂਲਾਂ ਨਾਲ ਮੇਲ ਨਹੀਂ ਖਾਂਦਾ, ਪਰ ਪਰੰਪਰਾਵਾਂ ਕਹਿ ਕੇ ਇਹਨੂੰ ਨਾਲ ਨੱਥੀ ਕਰ ਲਿਆ ਗਿਆ ਹੈ। ਇੰਨਾ ਕੁ ਜੁੜ ਗਿਆ ਕਿ ਬ੍ਰਾਹਮਣੀ ਪਰੰਪਰਾ ਤੋਂ ਸਿੱਖਾਂ ਦਾ ਰੋਜ਼ਾਨਾ ਦਾ ਵਿਹਾਰ ਉਹ ਵੱਖਰਾ ਨਹੀਂ ਰਿਹਾ। ਸਿਰਫ ਫਰਕ ਇੰਨਾ ਕਹਿ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਪੜ੍ਹ ਲੈਣੀ ਹੈ, ਪਹਿਰਾਵਾ ਵੀ ਵੱਖਰਾ, ਦਾੜੀ ਕੇਸ ਕਿਰਪਾਨ ਵੀ ਸਜਾ ਲੈਣੀ ਹੈ, ਅਤੇ ਪਰੰਪਰਾਵਾਂ ਮਰਿਆਦਾਵਾਂ ਸਾਰੀਆਂ ਉਹ ਪਾਲਣੀਆਂ ਨੇ ਜਿਹੜੀਆਂ ਕਿ ਪਹਿਲਾਂ ਵਾਲੇ ਪੁਜਾਰੀ ਬ੍ਰਾਹਮਣ ਆਦਿਕ ਪਾਲਣਾ ਕਰ ਰਹੇ ਸਨ। ਇੱਥੇ ਹੁਣ ਮਰ ਗਏ ਪ੍ਰਾਣੀ ਦੇ ਅੱਗੇ ਅਰਦਾਸ ਹੀ ਨਹੀਂ ਬਲਕਿ ਉਹਦੇ ਨਾਮ 'ਤੇ ਪਾਠ, ਸਹਿਜ ਪਾਠ ਜਾਂ ਅਖੰਡ ਪਾਠ ਵੀ ਕੀਤੇ ਜਾਂਦੇ ਨੇ। ਫਿਰ ਉਹਨੂੰ ਮਰਨ ਤੋਂ ਬਾਅਦ ਪਰਮਾਤਮਾ ਦੇ ਚਰਨਾਂ 'ਚ ਨਿਵਾਸ ਵੀ ਕਰਾਇਆ ਜਾਂਦਾ ਹੈ, ਉਹਦੇ ਨਿਮਿੱਤ ਦਾਨ ਪੁੰਨ ਵੀ ਕੀਤਾ ਜਾਂਦਾ ਹੈ, ਅਤੇ ਬਹੁਤ ਵੱਡੇ ਵੱਡੇ ਕਈ ਵਾਰੀ ਤਾਂ ਅਮੀਰ ਲੋਕ ਖਰਚੇ ਕਰ ਦਿੰਦੇ ਨੇ। ਇਹ ਸਾਰਾ ਕੁਝ ਇੰਨਾ ਜ਼ਿਆਦਾ ਵੱਧ ਗਿਆ ਹੋਇਆ, ਇਹਨੂੰ ਬਿਆਨ ਕਰਦਿਆਂ ਕਰਦਿਆਂ ਬੰਦਾ ਹੱਕਾ ਬੱਕਾ ਰਹਿ ਜਾਂਦਾ। ਕੀ ਇਹ ਸਿੱਖੀ ਗੁਰਮਤ ਅਨੁਸਾਰ ਸਾਰਾ ਕੁਝ ਹੋ ਰਿਹਾ? ਕੀ ਗੁਰਬਾਣੀ ਦਾ ਇਹੋ ਹੀ ਉਪਦੇਸ਼ ਹੈ? ਮਰ ਗਏ ਪ੍ਰਾਣੀ ਜਿਹੜਾ ਕਿ ਆਤਮਿਕ ਤੌਰ 'ਤੇ, ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ, ਜਿੰਦ ਜਾਨ ਦੇ ਤੌਰ 'ਤੇ ਨਹੀਂ ਰਿਹਾ, ਉਹਦੇ ਅੱਗੇ ਅਰਦਾਸਾਂ ਕਾਹਦੀਆਂ ਕਰਨੀਆਂ ਨੇ? ਜਿਉਂਦੇ ਜੀ ਜਿਹੜਾ ਉਹਨੇ ਕੰਮ ਕੀਤਾ ਸਮਾਜ ਨੇ ਉਹਦਾ ਸਤਿਕਾਰ ਕਰਨਾ ਹੈ ਜਾਂ ਉਹਦਾ ਤਿਰਸਕਾਰ ਕਰਨਾ ਹੈ? ਉਹਦਾ ਸਰੀਰ ਮਰਨ ਤੋਂ ਬਾਅਦ ਮਿੱਟੀ ਬਣ ਗਿਆ, ਫਿਰ ਉਹਦਾ ਅਰਦਾਸਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ। ਗੁਰਬਾਣੀ ਤਾਂ ਸਾਨੂੰ ਇੱਥੋਂ ਤੱਕ ਸਮਝਾ ਰਹੀ ਹੈ, ਤੁਧ ਨੂੰ ਨਿਵਣ ਮੰਨਣ ਤੇਰਾ ਨਾਉ, ਤੇਰੇ ਅੱਗੇ ਮੱਥਾ ਟੇਕਣਾ ਕੀ ਹੈ? ਉਹ ਹੈ ਤੇਰੇ ਹੁਕਮ ਨੂੰ ਮੰਨ ਲੈਣਾ। ਸਾਚ ਭੇਟ ਬੈਸਣ ਕੋ ਥਾਉ, ਤੇਰੇ ਅੱਗੇ ਲੋਕੀ ਧਨ ਦੌਲਤ ਤੇਰਾ ਨਾਮ ਲੈ ਕੇ ਮੱਥਾ ਟੇਕਦੇ ਨੇ, ਧਨ ਦੌਲਤ ਰੱਖਦੇ ਨੇ, ਪਰ ਗੁਰੂ ਸਾਹਿਬ ਕਹਿੰਦੇ ਨੇ ਸਾਚ ਭੇਟ, ਤੂੰ ਸੱਚ ਦੇ ਮਾਰਗ 'ਤੇ ਚੱਲ ਲੈ। ਇਹ ਸਭ ਤੋਂ ਵਧੀਆ ਤਰੀਕਾ ਹੈ। ਸਮਝ ਲੈ ਤੂੰ ਜਦੋਂ ਸੱਚ ਦੇ ਰਾਹ 'ਤੇ ਚੱਲੇਗਾ ਨਿਰੰਕਾਰ ਦੇ ਨੇੜੇ ਹੀ ਹੋਵੇਂਗਾ, ਉਹ ਆਪਣੇ ਨੇੜੇ ਤੈਨੂੰ ਰੱਖੇਗਾ। ਸਤ ਸੰਤੋਖ ਹੋਵੇ ਅਰਦਾਸ, ਸੱਤ ਦੇ ਰਾਹ 'ਤੇ, ਸੱਚਾਈ ਦੇ ਰਾਹ 'ਤੇ, ਸੰਤੋਖ ਦੇ ਰਾਹ 'ਤੇ ਜਦੋਂ ਤੂੰ ਚੱਲੇ ਸਮਝ ਲੈ ਤੇਰੀ ਅਰਦਾਸ ਸੰਪੂਰਨ ਹੋਊਗੀ। ਤਾਂ ਸੁਣ ਸੱਧ ਬਹਾਲੇ ਪਾਸ, ਫਿਰ ਤੂੰ ਸਮਝ ਲੈ ਰੱਬ ਨੇ ਤੇਰੀ ਅਰਦਾਸ ਸੁਣ ਲਈ, ਉਹਨੇ ਤੈਨੂੰ ਆਪਣੇ ਨੇੜੇ ਬਿਠਾ ਲਿਆ ਅਤੇ ਆਹ ਅਡੰਬਰ ਕਰਨ ਦੀ ਜ਼ਰੂਰਤ ਨਹੀਂ ਹੈ। ਅਤੇ ਗੁਰਬਾਣੀ ਵਿੱਚ ਤਾਂ ਇਹ ਵੀ ਲਿਖਿਆ ਅਤੇ ਆਪੀ ਕਹੀ ਵੀ ਜਾਂਦੇ ਨੇ, ਵਿਣ ਬੋਲਿਆ ਸਭ ਕੁਛ ਜਾਣਦਾ, ਕਿਸ ਆਗੈ ਕੀਚੈ ਅਰਦਾਸ ਜੀਓ। ਜੇ ਪ੍ਰਮਾਤਮਾ ਸਰੀਰ ਧਾਰੀ ਕਿਤੇ ਹੈ ਤਾਂ ਉਹ ਤਾਂ ਬਿਨਾਂ ਬੋਲੇ ਤੋਂ ਸਾਰਾ ਕੁਝ ਆਪ ਹੀ ਜਾਣਦਾ। ਉਹਨੂੰ ਚੀਕਾਂ ਮਾਰ ਮਾਰ ਕੇ ਸਾਰਾ ਕੁਝ ਦੁਬਾਰਾ ਸੁਣਾਉਣ ਦੀ ਕੀ ਲੋੜ ਹੈ? ਇੱਕ ਵਾਰੀ ਮ੍ਰਿਤਕ ਸਰੀਰ ਨੂੰ ਜਦੋਂ ਘਰੋਂ ਚੁੱਕਦੇ ਹਾਂ ਉਦੋਂ ਅਰਦਾਸ, ਮੜੀਆਂ 'ਚ ਲਿਜਾ ਕੇ ਉਹਨੂੰ ਲੱਕੜਾਂ ਦੇ ਉੱਤੇ, ਚਿਖਾ ਦੇ ਉੱਤੇ ਰੱਖ ਕੇ ਫਿਰ ਅਰਦਾਸ। ਜਦੋਂ ਸਰੀਰ ਸਾਰਾ ਸੜ ਗਿਆ ਫਿਰ ਜਪਜੀ ਸਾਹਿਬ ਦਾ ਪਾਠ, ਵਾਪਸ ਮੁੜਨ ਲੱਗੇ ਫਿਰ ਅਰਦਾਸ, ਰਸਤੇ 'ਚ ਆਉਂਦੇ ਗੁਰਦੁਆਰੇ 'ਚ ਫਿਰ ਅਰਦਾਸ, ਅਤੇ
घर दे विच पाठ शुरू करवाया, फिर अरदास, मध दी अरदास, भोग दी अरदास, सालाना अरदास, ते कई वारी तां जदों उहदियां हड्डियां कदी भाखड़ा च, कदी कीरतपुर जां गोइंदवाल जिथे किते पाईयां जांदियां ने, उत्थे फिर अरदास। ते इन्ना कुछ कीता जांदा है, बंदा इउं सोचदा है कि पता नहीं ये लोगों नूं की हो गया कि मेरा दिमाग खराब है, इन्नियां अरदासां। अरदास तां कहंदे ने इहदे च बड़ी ताकत है, जे सचमुच इहदे च ताकत है फिर इन्नियां अरदासां दी की लोड़ पई है। पर गुरु प्यार वालिओ, आपां गुरबाणी तो बहुत दूर चले गए हाँ। मुरदिਆਂ ਦੇ ਅੱਗੇ ਅਰਦਾਸ ਕਰਨ ਦੀ ਲੋੜ ਤਾਂ ਹੈ ਨਹੀਂ, ਪਰ ਸਮਾਜ ਦਾ ਦਬਦਬਾ ਹੋਣ ਦੇ ਕਾਰਨ, ਉਹਨਾਂ ਲੋਕਾਂ ਦੀ ਬਹੁ ਗਿਣਤੀ ਹੋਣ ਦੇ ਕਾਰਨ ਅੱਜ ਸਾਨੂੰ ਜਾਣਦੇ ਬੁੱਝਦੇ ਹੋਏ ਵੀ ਮਜਬੂਰੀ ਬਸ ਇਹ ਸਾਰੇ ਕੰਮ ਕਰਨੇ ਪੈ ਰਹੇ ਨੇ। ਜਿੰਨਾ ਕੁ ਇਹਨਾਂ ਪਖੰਡਾਂ ਤੋਂ ਬਚਿਆ ਜਾ ਸਕਦਾ ਹੈ ਤਾਂ ਉਤਨਾ ਆਪਣੇ ਮਨ ਨੂੰ, ਦਿਮਾਗ ਨੂੰ ਮਜ਼ਬੂਤ ਕਰਨ ਦਾ ਯਤਨ ਕਰੋ, ਤਾਂ ਕਿ ਇਹਨਾਂ ਕਰਮ ਕਾਂਡਾਂ ਤੋਂ ਹੌਲੀ ਹੌਲੀ ਆਪਾਂ ਬਚ ਜਾਈਏ। ਜਿਹੜੇ ਦੇਸ਼ ਸਾਡੇ ਨਾਲੋਂ ਬਹੁਤ ਅਗਾਂਹ ਵਧੂ ਨੇ ਉਹ ਤਾਂ ਕਦੋਂ ਦੇ ਇਹ ਸਾਰਾ ਕੁਝ ਛੱਡ ਚੁੱਕੇ ਹੋਏ ਨੇ। ਸਾਡੇ ਦੇਸ਼ ਦੇ ਵਿੱਚ ਤਾਂ ਹਰ ਮਜ਼ਹਬ, ਹਰ ਧਰਮ, ਹਰ ਪਰੰਪਰਾ, ਹਰ ਦੇਵੀ ਦੇਵਤਾ, ਹਰੇਕ ਮੂਰਤੀ, ਉਹਦੇ ਅੱਗੇ ਵੱਖੋ ਵੱਖਰੀਆਂ ਅਰਦਾਸਾਂ, ਵੱਖੋ ਵੱਖਰੀਆਂ ਭੇਟਾਵਾਂ, ਵੱਖੋ ਵੱਖਰੀਆਂ ਭਜਨ ਬੰਦਗੀਆਂ, ਕਿੰਨਾ ਕੁਛ ਹੋ ਰਿਹਾ ਅਤੇ ਅਸੀਂ ਤਾਂ ਇਹਦੇ ਵਿੱਚ ਹੀ ਉਲਝ ਕੇ ਰਹਿ ਗਏ ਹਾਂ। ਚੰਗੇ ਕੰਮ ਕਰਨੇ, ਚੰਗੇ ਇਨਸਾਨ ਬਣਨਾ, ਪਰਉਪਕਾਰ ਕਰਨੇ, ਸਮਾਜ ਨੂੰ ਸੁਧਾਰਨਾ, ਇਹ ਤਾਂ ਲਗਭਗ ਇੱਥੇ ਨਾ ਦੇ ਬਰਾਬਰ ਹੀ ਹੈ। ਗੁਰਬਾਣੀ ਦਾ ਚਾਨਣ ਹੈ ਉਹ ਸਾਨੂੰ ਪਤਾ ਹੀ ਨਹੀਂ ਹੈ, ਅਸੀਂ ਤਾਂ ਹਨੇਰੇ 'ਚ ਟੱਕਰਾਂ ਮਾਰਦੇ ਫਿਰ ਰਹੇ ਹਾਂ। ਸਵਾਲ ਨੰਬਰ 346 ਭਾਈ ਕੁਲਵਿੰਦਰ ਸਿੰਘ ਲਾਡਵਾ, ਕੁਰੂਕਸ਼ੇਤਰ, ਹਰਿਆਣਾ ਤੋਂ। ਇਹਨਾਂ ਦਾ ਸਵਾਲ ਹੈ ਕਿ ਦਰਬਾਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ ਸੀ। ਇਤਿਹਾਸ ਦੇ ਵਿੱਚ ਇਹਦਾ ਕੋਈ ਜ਼ਿਕਰ ਮਿਲਦਾ ਹੈ? ਆਮ ਸਟੇਜਾਂ 'ਤੇ ਇਹੋ ਹੀ ਸੁਣਾਇਆ ਜਾਂਦਾ ਹੈ, ਇਹਦੇ ਬਾਰੇ ਦੱਸੋ। ਗੁਰੂ ਪਿਆਰ ਵਾਲਿਓ, ਬਹੁਤ ਕੁਝ ਇਤਿਹਾਸ ਦੇ ਵਿੱਚ ਇਹੋ ਜਿਹਾ ਸਟੇਜਾਂ 'ਤੇ ਸੁਣਾਇਆ ਜਾ ਰਿਹਾ ਹੈ ਜਿਹੜਾ ਇਤਿਹਾਸਕ ਤੌਰ 'ਤੇ ਸੱਚ ਨਹੀਂ ਹੈ। ਕੁਝ ਇੱਕ ਸੁਣੀਆਂ ਸੁਣਾਈਆਂ ਗੱਲਾਂ ਨੂੰ ਅੱਗੇ ਤੋਂ ਅੱਗੇ ਦੂਜੇ ਦੇ ਮਨਾਂ 'ਚ ਠੋਸ ਦਿੱਤਾ ਜਾਂਦਾ ਹੈ। ਗੱਲ ਅਸਲ 'ਚ ਇਹ ਹੈ, ਇੱਕ ਅੰਗਰੇਜ਼ ਅਫਸਰ ਜਿਹੜਾ ਕਿ ਲੁਧਿਆਣੇ ਦਫ਼ਤਰ ਦਾ, ਲੁਧਿਆਣੇ ਜ਼ਿਲ੍ਹੇ ਦਾ ਇੰਚਾਰਜ ਸੀ, ਕੈਪਟਨ ਮਰੇ, ਉਹਦਾ ਸਹਾਇਕ ਸੀ ਜਾਂ PA ਸੀ ਬੂਟੇ ਸ਼ਾਹ, ਇੱਕ ਵਿਦਵਾਨ ਪੁਰਖ, ਪੜ੍ਹਿਆ ਲਿਖਿਆ ਸੀ, ਤਾਂ ਹੀ ਇਹਨੂੰ ਇਹ ਵੱਡੀ ਨੌਕਰੀ ਦਿੱਤੀ ਗਈ ਸੀ। ਬੂਟੇ ਸ਼ਾਹ ਨੂੰ ਕੈਪਟਨ ਮਰੇ ਨੇ ਇਤਿਹਾਸ, ਸਿੱਖਾਂ ਦਾ ਇਤਿਹਾਸ ਲਿਖਣ ਵਾਸਤੇ ਹੁਕਮ ਕੀਤਾ। ਅਤੇ ਬੂਟੇ ਸ਼ਾਹ ਵਿਦਵਾਨ ਤਾਂ ਹੈਗਾ ਸੀ, ਪਰ ਮੁਸਲਮਾਨ ਹੋਣ ਕਰਕੇ ਸਿੱਖਾਂ ਦੇ ਮਨਾਂ 'ਚ ਇਹ ਸ਼ੱਕ ਖੜਾ ਹੋ ਗਿਆ ਕਿ ਇਹ ਸਾਡੇ ਵਿਰੁੱਧ ਲਿਖੇਗਾ। ਅਤੇ ਬੂਟੇ ਸ਼ਾਹ ਨੇ ਅਸਲ ਦੇ ਵਿੱਚ ਵਿਰੁੱਧ ਨਹੀਂ ਸੀ ਇੰਨਾ ਲਿਖਿਆ, ਇਹ ਸਿਰਫ ਸਿੱਖਾਂ ਦੇ ਨਾਲ ਦੁਸ਼ਮਣੀ ਹੋਣ ਕਰਕੇ ਸਿੱਖਾਂ ਨੂੰ ਇਹ ਭਰਮ ਸੀ ਕਿ ਇਹ ਸਾਡੇ ਵਿਰੁੱਧ ਜਾਵੇਗਾ। ਇਹਨੇ ਸਿੱਖਾਂ ਦੇ ਨਾਲ ਨੇੜਤਾ ਲਿਆਉਣ ਵਾਸਤੇ ਆਪਣੇ ਵੱਲੋਂ ਇੱਕ ਢੰਗ ਵਰਤਿਆ ਸੀ ਕਿ ਸਾਈਂ ਮੀਆਂ ਮੀਰ ਵੀ ਗੁਰੂ ਅਰਜਨ ਸਾਹਿਬ ਦੇ ਨਾਲ ਮਿਲ ਕੇ ਚੱਲਦੇ ਸਨ, ਗੁਰੂ ਅਰਜਨ ਸਾਹਿਬ ਉਹਨਾਂ ਦਾ ਸਤਿਕਾਰ ਕਰਦੇ ਸਨ, ਅਤੇ ਸਾਈਂ ਮੀਆਂ ਮੀਰ ਨੂੰ ਬੁਲਾ ਕੇ ਉਹਨਾਂ ਨੇ ਦਰਬਾਰ ਸਾਹਿਬ ਦੀ ਨੀਂਹ ਉਹਨਾਂ ਤੋਂ ਰਖਵਾਈ ਸੀ। ਇਹ ਉਹਨੇ ਆਪਣੀ ਕਿਤਾਬ ਦੇ ਵਿੱਚ ਬੂਟੇ ਸ਼ਾਹ ਨੇ ਲਿਖ ਦਿੱਤਾ। ਹਾਲਾਂਕਿ ਇਹ ਸੱਚ ਨਹੀਂ ਸੀ, ਪਰ ਕਿਉਂਕਿ ਸਿੱਖਾਂ ਦੀ ਅਤੇ ਮੁਸਲਮਾਨਾਂ ਦੀ ਦੁਸ਼ਮਣੀ ਲੰਮੇ ਸਮੇਂ ਤੋਂ ਚੱਲੀ ਹੋਈ ਸੀ, ਇਸ ਕਰਕੇ ਉਹਨੂੰ ਘੱਟ ਕਰਨ ਦਾ ਉਹਦਾ ਇੱਕ ਢੰਗ ਸੀ। ਪਰ ਜਦੋਂ ਭਾਈ ਰਤਨ ਸਿੰਘ ਭੰਗੂ ਨੂੰ ਇਸ ਗੱਲ ਦਾ ਪਤਾ ਲੱਗਿਆ, ਉਹ ਕੈਪਟਨ ਮਰੇ ਕੋਲੇ ਪਹੁੰਚਿਆ। ਉਹਨੇ ਇਸ ਗੱਲ ਨੂੰ ਰੱਦ ਕੀਤਾ ਕਿ ਬੂਟੇ ਸ਼ਾਹ ਨੂੰ ਤੁਸੀਂ ਇਤਿਹਾਸ ਲਿਖਣ ਵਾਸਤੇ ਕਿਉਂ ਪ੍ਰੇਰਨਾ ਕਰਦੇ ਹੋ, ਇਹ ਤਾਂ ਸਾਡੇ ਵਿਰੁੱਧ ਰਹੇ ਨੇ, ਅੱਜ ਤੱਕ ਸਾਡੇ ਦੁਸ਼ਮਣ ਰਹੇ ਨੇ, ਇਹ ਤਾਂ ਸਾਡੇ ਵਿਰੁੱਧ ਲਿਖਣਗੇ। ਅਤੇ ਕੈਪਟਨ ਮਰੇ ਕਹਿਣ ਲੱਗਿਆ, ਭਾਈ ਫਿਰ ਤੂੰ ਲਿਖ ਦੇ ਜਿਹੜਾ ਕੋ ਲਿਖਣਾ ਹੈ। ਉਸ ਤੋਂ ਬਾਅਦ ਫਿਰ ਰਤਨ ਸਿੰਘ ਭੰਗੂ ਦੀ ਜਿੰਨੀ ਕਿ ਸਮਝ ਸੀ ਉਹਨੇ ਆਪਣੇ ਤੌਰ 'ਤੇ ਇਤਿਹਾਸ ਲਿਖਿਆ। ਉਹਦੇ ਵਿੱਚ ਵੀ ਗਲਤੀਆਂ ਤਾਂ ਬਹੁਤ ਨੇ, ਸੋਧ ਕਰਨ ਵਾਲੀਆਂ ਚੀਜ਼ਾਂ ਹੈਗੀਆਂ ਨੇ, ਪਰ ਫਿਰ ਵੀ ਅਸਲ ਦੇ ਵਿੱਚ ਰਤਨ ਸਿੰਘ ਭੰਗੂ ਨੇ ਅਤੇ ਹੋਰਨਾਂ ਸਿੱਖਾਂ ਨੇ ਵਿਰੋਧ ਕੀਤਾ, ਅਤੇ ਬੂਟੇ ਸ਼ਾਹ ਨੇ ਪਹਿਲੀ ਵਾਰ ਸਾਈਂ ਮੀਆਂ ਮੀਰ ਦੇ ਨੀਂਹ ਰੱਖਣ ਦੀ ਗੱਲ ਕੀਤੀ ਹੈ। ਸਾਈਂ ਮੀਆਂ ਮੀਰ ਨੇ ਐਕਚੁਅਲ ਨੀਂਹ ਨਹੀਂ ਰੱਖੀ, ਇਹ ਕੇਵਲ ਬਾਅਦ ਦੇ ਵਿੱਚ ਘੜੀ ਗਈ ਕਹਾਣੀ ਹੈ, ਅਤੇ ਹੈ ਇਹ ਤਾਂ ਸੀ ਕਿ ਸਿੱਖਾਂ ਦੀ ਅਤੇ ਮੁਸਲਮਾਨਾਂ ਦੀ ਜਿਹੜੀ ਦੁਸ਼ਮਣੀ ਹੈ ਉਹਨੂੰ ਘੱਟ ਕੀਤਾ ਜਾ ਸਕੇ। ਇਤਿਹਾਸਕ ਤੌਰ 'ਤੇ ਇਹ ਸੱਚ ਨਹੀਂ ਹੈ। ਸਵਾਲ ਨੰਬਰ 347 ਭਾਈ ਬਿੱਟੂ ਸਿੰਘ ਸਨ ਆਫ ਸਰਦਾਰ ਜਰਨੈਲ ਸਿੰਘ, ਫਰੀਦਕੋਟ ਤੋਂ। ਇਹਨਾਂ ਦਾ ਸਵਾਲ ਹੈ ਕਿ ਉੱਪਰ ਕੋਈ ਧਰਮਰਾਜ ਨਹੀਂ ਹੈ। ਅੱਜ ਤੱਕ ਸਾਰਿਆਂ ਤੋਂ ਧਰਮਰਾਜ ਅਤੇ ਜਮਰਾਜ ਬਾਰੇ ਬਹੁਤ ਕੁਝ ਸੁਣਿਆ ਹੈ, ਇਸ ਬਾਰੇ ਚਾਨਣਾ ਪਾਓ ਜੀ। ਗੁਰੂ ਪਿਆਰਿਓ, ਜੇ ਪੁਜਾਰੀ ਤਬਕੇ ਵੱਲੋਂ ਜਮਰਾਜ, ਧਰਮਰਾਜ, ਜਮਦੂਤ, ਚਿੱਤਰਗੁਪਤ, ਨਰਕ ਸੁਰਗ ਅਤੇ ਹੋਰ ਪਾਪ ਪੁੰਨ ਆਦਿਕ ਦਾ ਏਡਾ ਵੱਡਾ
ਜਿਹੜਾ ਜਾਲ ਹੈ ਪਸਾਰਿਆ ਹੋਇਆ ਸਾਡੇ ਗਲ 'ਚ ਪਾਇਆ ਹੋਇਆ, ਜੇ ਕਿਤੇ ਇਹ ਅਸੀਂ ਅਕਲਬੰਦੀ ਨਾਲ ਖਤਮ ਕਰ ਦਈਏ ਤਾਂ ਪੁਜਾਰੀਆਂ ਦਾ ਜਿਹੜੀ ਪੇਟ ਪੂਰਤੀ ਹੈ, ਮੁੱਖ ਦੇ ਵਿੱਚ ਬੈਠੇ ਹੋਏ ਸਾਨੂੰ ਲੁੱਟ ਕੇ ਖਾ ਰਹੇ ਨੇ ਅਤੇ ਸਾਡਾ ਅਰਬਾਂ ਖਰਬਾਂ ਰੁਪਈਆ ਧਰਮ ਅਸਥਾਨਾਂ ਦੇ ਵੱਲ, ਪੁਜਾਰੀਆਂ ਵੱਲ ਲੁੱਟਿਆ ਜਾ ਰਿਹਾ ਹੈ ਅਤੇ ਅਸੀਂ ਫਿਰ ਆਪਣੀ ਦੌਲਤ ਨੂੰ ਆਪ ਵਰਤ ਸਕਾਂਗੇ। ਦਹਿਸ਼ਤ ਸਾਡੇ ਮਨਾਂ 'ਚੋਂ ਫਿਰ ਨਿਕਲ ਜਾਵੇਗੀ ਅਤੇ ਪੁਜਾਰੀਆਂ ਨੂੰ ਸੜਕਾਂ 'ਤੇ ਮਿੱਟੀ ਪਾ ਕੇ, ਬਿਲਡਿੰਗਾਂ ਬਣਾ ਕੇ, ਖੇਤੀ ਕਰਕੇ, ਦੁਕਾਨ ਕਰਕੇ, ਮਿਹਨਤ ਮਜ਼ਦੂਰੀ ਕਰਕੇ ਆਪਣੀ ਪੇਟ ਪੂਰਤੀ ਕਰਨੀ ਪਵੇਗੀ। ਜੇ ਕਿਤੇ ਆਹ ਜਿਹੜਾ ਐਡਾ ਵੱਡਾ ਅਡੰਬਰ ਰਚਿਆ ਹੋਇਆ, ਜੇ ਇਹ ਸਾਡੇ ਵਿੱਚੋਂ ਪਾਸੇ ਹੋ ਜਾਵੇ, ਅਸੀਂ ਹੌਸਲਾ ਕਰਕੇ ਅਕਲਮੰਦ ਬਣ ਜਾਈਏ, ਪੜ੍ਹਾਈ ਲਿਖਾਈ ਕਰ ਲਈਏ ਤਾਂ ਇਹਨਾਂ ਦੇ ਚੁੰਗਲ ਦੇ ਵਿੱਚੋਂ ਜੇ ਨਿਕਲ ਜਾਈਏ। ਹੁਣ ਇੱਥੇ ਸਵਾਲ ਕੀਤਾ ਕਿ ਕੀ ਕੋਈ ਧਰਮ ਰਾਜ ਆਦਿਕ ਉੱਪਰ ਹੈ। ਪਹਿਲੀ ਗੱਲ ਤਾਂ ਇੱਕ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ 1167 ਪੰਨੇ ਦੇ ਉੱਤੇ ਇਹ ਸ਼ਬਦ ਹੈ। ਸਾਰੇ ਆਖੀ ਜਾਂਦੇ ਨੇ ਉੱਪਰ ਜਾਣਾ ਹੈ, ਨਰਕ 'ਚ ਸਵਰਗ 'ਚ ਜਾਣਾ ਹੈ ਅਤੇ ਉੱਥੇ ਫਿਰ ਧਰਮ ਰਾਜ ਫੈਸਲੇ ਕਰਦਾ ਹੈ। ਜਿਹੋ ਜਿਹੇ ਕੰਮ ਧਰਤੀ ਦੇ ਉੱਤੇ ਲੋਕੀ ਕਰਦੇ ਨੇ ਉਹਦੇ ਅਨੁਸਾਰ ਸਜ਼ਾ ਜਾਂ ਉਹਨੂੰ ਇਨਾਮ ਦਿੰਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਧਰਮ ਰਾਜ ਉੱਪਰ ਕਿਹੜੇ ਕਲੋਨੀਆਂ ਬਣਾ ਕੇ ਬੈਠਾ ਹੋਇਆ, ਕਿੱਥੇ ਉਹਦੇ ਦਫ਼ਤਰ ਨੇ। ਜਿਹੜੀਆਂ ਹਿੰਦੂ ਪੁਰਾਣਿਕ ਕਿਤਾਬਾਂ ਨੇ ਉਹਨਾਂ ਦੇ ਵਿੱਚੋਂ ਬਕਾਇਦਾ ਮੈਂ ਹਵਾਲੇ ਦੇ ਕੇ ਆਪਣੀਆਂ ਕਿਤਾਬਾਂ 'ਚ ਸਾਰਾ ਮੈਟਰ ਸੰਗਤਾਂ ਦੇ ਸਨਮੁਖ ਰੱਖਿਆ। ਭਾਈ ਕਾਨ੍ਹ ਸਿੰਘ ਨਾਭਾ, ਡਾਕਟਰ ਰਤਨ ਸਿੰਘ ਜੱਗੀ ਅਤੇ ਇੱਕ ਅੰਗਰੇਜ਼ ਬਹੁਤ ਵਿਦਵਾਨ ਗੋਰਾ ਜੌਨ ਡੋਸਨ, ਉਹਨੇ ਜੋ ਹਿੰਦੂਆਂ ਦੇ ਸਾਰੇ ਪੁਰਾਣੇ ਗ੍ਰੰਥ ਪੜ੍ਹ ਕੇ ਜੋ ਸੰਸਕ੍ਰਿਤ ਦੇ ਵਿੱਚ ਲਿਖੇ ਹੋਏ ਸਨ, ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਅਨੁਵਾਦ ਕਰ ਦਿੱਤਾ ਸੀ ਸੰਖੇਪ ਸਾਰ। ਉਹਦਾ ਅੱਗੇ ਸੰਖੇਪ ਸਾਰ ਪੰਜਾਬੀ 'ਚ ਅਨੁਵਾਦ ਹੋਇਆ। ਭਾਸ਼ਾ ਵਿਭਾਗ ਪੰਜਾਬ ਸਰਕਾਰ, ਹੈੱਡਕੁਆਟਰ ਪਟਿਆਲਾ ਹੈ। ਇੱਥੋਂ ਉਹ ਕਿਤਾਬ ਬੜੇ ਲੰਮੇ ਸਮੇਂ ਤੋਂ ਛਪਦੀ ਆ ਰਹੀ ਹੈ, ਤੁਸੀਂ ਲੈ ਕੇ ਪੜ੍ਹ ਸਕਦੇ ਹੋ। ਉਹਦਾ ਨਾਮ ਹੈ ਹਿੰਦੂ ਮਿਥਿਹਾਸ ਕੋਸ਼। ਉਹਦੇ ਵਿੱਚ ਧਰਮ ਰਾਜ ਬਾਰੇ, ਯਮਰਾਜ ਬਾਰੇ ਜਾਂ ਉੱਪਰਲਿਆਂ ਸਾਰੇ ਦੇਵੀ ਦੇਵਤੇ, ਨਰਕ ਸੁਰਗ ਨੇ, ਉਹਦੇ ਬਾਰੇ ਜੋ ਲਿਖਿਆ ਹੋਇਆ ਉਹ ਬੜਾ ਕਮਾਲ ਹੈ। ਉਹਦੇ 'ਚ ਲਿਖਿਆ ਹੋਇਆ ਕਿ ਧਰਮ ਰਾਜ ਹਰੇ ਰੰਗ ਦਾ ਹੈ ਅਤੇ ਇਹ ਲਾਲ ਕੱਪੜੇ ਪਾਉਂਦਾ ਹੈ, ਝੋਟੇ ਦੀ ਸਵਾਰੀ ਕਰਦਾ ਹੈ, ਹੱਥ 'ਚ ਬਰਛਾ ਰੱਖਦਾ ਹੈ, ਇਹ ਕੋਲੇ 2 ਕੁੱਤੇ ਵੀ ਰੱਖਦਾ ਹੈ, ਇਹਦੀਆਂ ਬਹੁਤ ਚੌੜੀਆਂ ਨਾਸਾਂ ਨੇ, 4 ਇਹਦੀਆਂ ਅੱਖਾਂ ਲੱਗੀਆਂ ਹੋਈਆਂ ਨੇ। ਉਹ ਕੁੱਤੇ ਨੇ ਜਿਹੜੇ ਧਰਮ ਰਾਜ ਦੇ, ਉਹ ਇੱਥੇ ਜਿਹੜੇ ਮੁਰਦੇ ਧਰਤੀ ਦੇ ਉੱਤੇ ਮਰ ਕੇ ਉੱਪਰ ਜਾਣ ਤੋਂ ਆਨੀ ਕਾਨੀ ਕਰਦੇ ਨੇ, ਉਹ ਕੁੱਤੇ ਉਹਨਾਂ ਦੇ ਮਗਰ ਪਾ ਦਿੰਦਾ ਅਤੇ ਉਹ ਕੁੱਤੇ ਫਿਰ ਦੌੜਾ ਕੇ ਉਹਨੂੰ ਤੇਜ਼ੀ ਨਾਲ ਉੱਪਰ ਲੈ ਕੇ ਜਾਂਦੇ ਨੇ। ਇਹ ਸਾਰਾ ਕੋਈ ਤਮਾਸ਼ਾ ਇਹਨਾਂ ਕਹਾਣੀਆਂ 'ਚ ਮੌਜੂਦ ਪਿਆ। ਅਗਲੀ ਗੱਲ, ਧਰਮ ਰਾਜ ਨੇ, ਕਹਿੰਦੇ ਨੇ ਧਰਮ ਰਾਜ ਧਰਤੀ ਦੇ ਉੱਤੇ ਹੁੰਦਾ ਸੀ ਪਹਿਲਾਂ ਅਤੇ ਫਿਰ ਉਹ ਮਰ ਗਿਆ ਅਤੇ ਮਰ ਕੇ ਕਹਿੰਦੇ ਉਹ ਉੱਪਰ ਨੂੰ ਜਦੋਂ ਗਿਆ, ਪਹਿਲੀ ਵਾਰੀ ਸਵਰਗ ਦਾ ਅਤੇ ਨਰਕ ਦਾ ਰਸਤਾ ਧਰਮ ਰਾਜ ਨੇ ਆਪ ਲੱਭਿਆ। ਗਿਆ ਉੱਪਰ ਮਰ ਕੇ, ਪਰ ਉਹਨੇ ਰਸਤਾ ਲੱਭ ਲਿਆ। ਫਿਰ ਉਦੋਂ ਮੁੜ ਕੇ ਧਰਮ ਰਾਜ ਉੱਪਰ ਚਲਾ ਗਿਆ ਅਤੇ ਬਾਅਦ ਦੇ ਵਿੱਚ ਉਹਦੀ ਕਦੇ ਵੀ ਮੌਤ ਨਹੀਂ ਹੋਈ ਕਹਾਣੀਆਂ ਦੇ ਮੁਤਾਬਕ। ਅਤੇ ਫਿਰ ਅੱਗੇ ਪਤਾ ਕਰੀਏ ਕਿ ਇਹ ਜਿਹੜੇ ਧਰਮ ਰਾਜ ਹੈ, ਇਹਨੇ ਅੱਗੇ ਕਿੰਨਾ ਕੁਛ ਸਜ਼ਾ ਦੇਣ ਨੂੰ ਕੋਹਲੂ ਰੱਖੇ ਹੋਏ ਨੇ। ਕਹਾਣੀਆਂ ਮੁਤਾਬਕ ਕੜਾਹੇ ਤੇਲ ਦੇ ਬਲਦੇ ਨੇ, ਉੱਪਰ ਕੜਾਹੇ ਕਿਵੇਂ ਗਏ, ਉੱਪਰ ਕੋਹਲੂ ਕਿਵੇਂ ਗਏ, ਅੱਗੇ ਤੇਲ ਕਿੱਥੋਂ ਗਿਆ, ਲੱਕੜਾਂ ਕਿੱਥੋਂ ਗਈਆਂ, ਕੋਲਾ ਕਿੱਥੋਂ ਗਿਆ, ਜਾਂ ਅੱਜ ਕੱਲ੍ਹ ਤਾਂ ਗੈਸ ਦਾ ਪ੍ਰਬੰਧ ਹੋ ਗਿਆ ਹੋਣਾ, ਸਿੱਧੀ ਪਾਈਪ ਅਰਬ ਮੁਲਕਾਂ 'ਚੋਂ ਉੱਪਰ ਨੂੰ ਫਿੱਟ ਕਰ ਦਿੱਤੀ ਗਈ ਹੋਣੀ ਹੈ ਤਾਂ ਕਿ ਧਰਮ ਰਾਜ ਨੂੰ ਅੱਗ ਬਾਲਣ ਦਾ ਕੋਈ ਬਹੁਤੀ ਮੁਸ਼ਕਲ ਨਾ ਆਵੇ। ਲੱਕੜਾਂ ਉੱਪਰ ਲਿਜਾਣੀਆਂ ਔਖੀਆਂ ਨੇ, ਗੈਸ ਦੀ ਪਾਈਪ ਬੜੀ ਸੌਖੀ ਬਣ ਜਾਂਦੀ ਹੈ। ਇਹ ਸਾਰੀਆਂ ਕਹਾਣੀਆਂ ਚੱਲ ਰਹੀਆਂ ਨੇ। ਮੈਂ ਇਹ ਕਹਿਣਾ ਚਾਹੁੰਦਾ ਕਿ ਉੱਪਰ ਕੁਛ ਵੀ ਨਹੀਂ ਹੈ, ਸਾਨੂੰ ਬੇਵਕੂਫ ਬਣਾਇਆ ਗਿਆ। ਆਕਾਸ਼ ਦੇ ਵਿੱਚ ਤਾਂ ਲੱਖਾਂ ਮੀਲਾਂ ਤੱਕ ਹਵਾਈ ਜਹਾਜ਼ ਉਡਾਰੀਆਂ ਲਾ ਕੇ ਚੱਕਰ ਮਾਰ ਕੇ ਵਾਪਸ ਮੁੜ ਆਏ ਨੇ, ਰਾਕਟ ਦੂਰ ਤੱਕ ਜਾਏ ਨੇ। ਉੱਪਰ ਕੁਛ ਵੀ ਅਜਿਹਾ ਨਹੀਂ ਹੈ। ਇਹ ਸਾਨੂੰ ਅੱਜ ਤੱਕ ਬੇਵਕੂਫ ਬਣਾ ਕੇ ਲੁੱਟ ਕੇ ਖਾ ਰਹੇ ਨੇ। ਗੁਰਬਾਣੀ ਦੇ ਸ਼ਬਦ ਵਿੱਚ ਸਭ ਕੋਈ ਚਾਲਣ ਕਹਿਤ ਹੈ ਊਹਾਂ, ਨਾ ਜਾਣੋ ਬੈਕੁੰਠ ਹੈ ਕਹਾਂ ਰਹਾਓ। ਸਾਰੇ ਕਹਿੰਦੇ ਨੇ ਉੱਥੇ ਸਵਰਗ ਜਾਣਾ ਹੈ, ਸਵਰਗ ਜਾਣਾ ਹੈ, ਪਰ ਕਿਸੇ ਨੂੰ ਕੋਈ ਪਤਾ ਨਹੀਂ ਉਹ ਸਵਰਗ ਹੈ ਕਿੱਥੇ। ਅਟਕਲ ਪੱਚੂ ਸਾਰੇ ਮਾਰ ਰਹੇ ਨੇ, ਸੁਣੀਆਂ ਸੁਣਾਈਆਂ ਗੱਲਾਂ ਅੱਗੇ ਤੋਂ ਅੱਗੇ ਸਾਰਿਆਂ ਨੂੰ ਸੁਣਾਈ ਜਾ ਰਹੇ ਨੇ। ਸਭ ਕੋਈ ਚਲਣ ਕਹਿਤ ਹੈ ਊਹਾਂ, ਨਾ ਜਾਣੋ ਬੈਕੁੰਠ ਹੈ ਕਹਾਂ, ਆਪ ਆਪ ਕਾ ਮਰਮ ਨਾ ਜਾਣਾ।
ਆਪਣੇ ਆਪੇ ਬਾਰੇ ਵੀ ਇਨਸਾਨ ਚੰਗੀ ਤਰ੍ਹਾਂ ਨਹੀਂ ਜਾਣਦਾ। ਮੈਂ ਕਿੱਥੋਂ ਆਇਆ ਸੀ ਤੇ ਕਿੱਥੇ ਜਾਣਾ, ਮੇਰੇ ਸਰੀਰ ਦੀ ਬਣਤਰ ਕੀ ਹੈ, ਕੰਮ ਕਰਨ ਦਾ ਢੰਗ ਤਰੀਕਾ, ਮੇਰੇ ਅੰਦਰ ਜਿਹੜਾ ਸਿਸਟਮ ਚੱਲ ਰਿਹਾ ਉਹਦਾ ਕੀ ਢੰਗ ਹੈ। ਅਸੀਂ ਜਿਹੜੇ ਸਰੀਰ ਨੂੰ ਰੋਜ਼ਾਨਾ ਚੁੱਕੀ ਫਿਰਦੇ ਹਾਂ, ਅਸੀਂ ਤਾਂ ਇਹਦਾ ਬਾਰੇ ਵੀ ਚੰਗੀ ਤਰ੍ਹਾਂ ਨਹੀਂ ਜਾਣਦੇ। ਤੇ ਉੱਪਰ ਆਕਾਸ਼ ਨੂੰ ਟਾਕੀਆਂ ਐਵੇਂ ਲਾਈ ਜਾਂਦੇ ਆ ਬੈਠੇ, ਤੇ ਇਹਦਾ ਖਹਿੜਾ ਛੱਡ ਦਈਏ, ਉੱਪਰ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ। ना जानो बैकुंठ है कहाँ, आप का मर्म न जाना, बातन ही बैकुंठ बखाना। जब लग मन बैकुंठ की आस, तब लग नाही चरण निवास। ਜਦੋਂ ਤੱਕ ਸਵਰਗ ਦੀ ਲਾਲਸਾ ਅੰਦਰ ਬਣੀ ਰਹਿੰਦੀ ਹੈ, ਉਦੋਂ ਤੱਕ ਪਰਮਾਤਮਾ ਨਾਲ ਕੋਈ ਪਿਆਰ ਨਹੀਂ ਪੈਂਦਾ। ਜੇ ਥੋੜ੍ਹਾ ਬਹੁਤਾ ਰੱਬ ਨੂੰ ਬੰਦਾ ਯਾਦ ਕਰਦਾ ਤਾਂ ਡਰਦਾ ਮਾਰਾ ਕਰਦਾ, ਕਿਤੇ ਰੱਬ ਨਰਕ ਨੂੰ ਨਾ ਭੇਜ ਦੇਵੇ, ਕਿਤੇ ਧਰਮਰਾਜ ਹੈ ਮੈਨੂੰ ਸਜ਼ਾ ਨਾ ਦੇ ਦੇਵੇ। ਇਹ ਵੀ ਯਾਦ ਰਵੇ, ਧਰਮਰਾਜ ਅਤੇ ਜਮਰਾਜ ਦੋਵੇਂ ਇੱਕੋ ਚੀਜ਼ ਨੇ, ਕੋਈ ਵੱਖਰੇ ਵੱਖਰੇ ਨਹੀਂ ਹੈਗੇ। ਐਵੇਂ 9 ਵੱਖਰੇ ਧਰੇ ਹੋਏ ਨੇ, ਪੁਰਾਣੀਆਂ ਕਿਤਾਬਾਂ 'ਚ ਮੈਂ ਸਾਰੇ ਪੜ੍ਹ ਚੁੱਕਿਆ। ਇਹ ਇੱਕੋ ਹੀ ਚੀਜ਼ ਹੈ, ਉਹਦੇ ਨਾਮ 2 ਧਰੇ ਹੋਏ ਨੇ, ਬਸ ਹੋਰ ਕੁਛ ਵੀ ਨਹੀਂ ਹੈ। ਤੇ ਫਿਰ ਖਾਈ ਕੋਟ ਨਾ ਪਰਲ ਪਗਾਰਾ, ਉਹ ਜਿਹੜਾ ਉੱਪਰ ਏਡਾ ਵੱਡਾ ਕਿਲਾ ਜਾਂ ਧਰਮਰਾਜ ਦੀ ਰਿਹਾਇਸ਼ ਬਣਾਈ ਹੋਈ ਹੈ, ਉਹ ਕਿਹੋ ਜਿਹੀ ਹੈ? ਉਹਦੀਆਂ ਇੱਟਾਂ, ਉਹਦਾ ਗਾਰਾ, ਉਹਦਾ ਸੀਮੈਂਟ, ਉਹਦਾ ਲੋਹਾ ਸਰੀਆ, ਭਾਵ ਕਿ ਬਿਲਡਿੰਗਾਂ ਬਣਾਉਣ ਵਾਸਤੇ ਜੋ ਮਟੀਰੀਅਲ ਚਾਹੀਦਾ ਹੈ ਉਹ ਉੱਪਰ ਕਿੱਥੋਂ ਗਿਆ ਅਤੇ ਕਿਹੋ ਜਿਹਾ ਮਿਸਤਰੀ ਸੀ ਉਹਨੂੰ ਬਣਾਉਣ ਵਾਲੇ, ਉਹਦੀ ਬਣਤਰ, ਉਹਦਾ ਨਕਸ਼ਾ ਸਾਰਾ ਕਿਹੋ ਜਿਹਾ ਹੈ। ਖਾਈ ਕੋਟ ਨਾ ਪਰਲ ਪਗਾਰਾ, ਖਾਈ ਕਹਿੰਦੇ ਨੇ ਆਲੇ ਦੁਆਲੇ ਕਿਲੇ ਦੇ ਡੂੰਘਾ, ਜਿਹੜੀ ਆ ਖਾਈ ਡੂੰਘੀ ਨਦੀ ਪੁੱਟੀ ਹੁੰਦੀ ਹੈ, ਉਹਦੇ ਵਿੱਚ ਪਾਣੀ ਛੱਡਿਆ ਜਾਂਦਾ ਸੀ ਅੱਗੇ, ਤਾਂ ਕਿ ਦੁਸ਼ਮਣ ਅੰਦਰ ਛੇਤੀ ਲੰਘ ਕੇ ਨਾ ਜਾ ਸਕੇ, ਕਿਲੇ ਦੇ ਵਿੱਚ ਦਾਖਲ ਨਾ ਹੋ ਸਕੇ। ਖਾਈ ਕੋਟ ਨਾ ਪਰਲ ਪਗਾਰਾ, ਨਾ ਜਾਣੋ ਬੈਕੁੰਠ ਦੁਆਰਾ। ਤੇ ਕੋਈ ਵੀ ਨਹੀਂ ਜਾਣਦਾ ਉਹਦਾ ਦਰਵਾਜ਼ਾ ਕਿਹੋ ਜਿਹਾ ਹੈ ਸਵਰਗ ਦਾ, ਜਿਹੜਾ ਕਿ ਇਹ ਬਣਾਈ ਬੈਠੇ ਨੇ, ਜਿੱਥੇ ਧਰਮਰਾਜ ਬੈਠਾ ਹੈ। ਤੇ ਫਿਰ ਕਬੀਰ ਜੀ ਕਹਿੰਦੇ ਨੇ, ਤੁਸੀਂ ਪੁੱਛੋਗੇ ਮੈਂ ਤਾਂ ਸਾਰਿਆਂ ਨੂੰ ਰੱਦ ਕਰ ਦਿੱਤਾ, ਪਰ ਹੈ ਕਿੱਥੇ ਫਿਰ ਸਵਰਗ? ਕਬੀਰ ਜੀ ਕਹਿੰਦੇ ਨੇ, ਕਹ ਕਬੀਰ ਅਬ ਕਹੀਐ ਕਾਹੇ, ਤੁਸੀਂ ਪੁੱਛੋਗੇ ਫਿਰ ਹੈ ਕਿੱਥੇ? ਸਾਧ ਸੰਗਤ ਬੈਕੁੰਠ ਆਹੇ। ਉਹ ਭਾਈ, ਧਰਤੀ ਦੇ ਉੱਤੇ ਨੇਕ ਇਨਸਾਨ ਜਦੋਂ ਪੈਦਾ ਹੋਣਗੇ, ਉਹਨਾਂ ਦੀ ਗਿਣਤੀ ਵੱਧ ਜਾਵੇਗੀ, ਸਾਰਾ ਸਮਾਜ ਸੁਧਰ ਜਾਵੇਗਾ, ਇੱਥੇ ਸਾਰੀਆਂ ਲੋੜਾਂ ਪੂਰੀਆਂ ਹੋਣਗੀਆਂ, ਖੁਸ਼ੀਆਂ ਵੰਡੋਗੇ, ਪਿਆਰ ਨਾਲ ਰਹੋਗੇ ਤੇ ਕਿਸੇ 'ਤੇ ਕੋਈ ਜ਼ੁਲਮ ਨਹੀਂ ਕਰੇਗਾ, ਤਾਂ ਫਿਰ ਇੱਥੇ ਹੀ ਸਵਰਗ ਬਣ ਜਾਵੇਗਾ। ਕਬੀਰ ਜੀ ਤਾਂ ਇਹ ਕਹਿ ਰਹੇ ਨੇ, ਤੇ ਅਸੀਂ ਸਵਰਗ ਦੀਆਂ, ਨਰਕ ਦੀਆਂ ਇਹ ਸਾਰੀਆਂ ਕਹਾਣੀਆਂ ਪੁਜਾਰੀ ਦੇ ਆਖੇ ਲੱਗ ਕੇ ਸੁਣੀ ਜਾਂਦੇ ਹਾਂ ਤੇ ਇਹਨੂੰ ਸੱਚ ਮੰਨੀ ਜਾਂਦੇ ਹਾਂ। ਹੁਣ ਇੱਕ ਸ਼ਬਦ ਜਿਹੜਾ ਕਿ 754 ਪੰਨੇ ਦੇ ਉੱਤੇ ਗੁਰੂ ਅਮਰਦਾਸ ਸਾਹਿਬ ਦਾ ਉਚਾਰਨ ਕੀਤਾ ਹੋਇਆ, ਇਹਨੂੰ ਵੀ ਜਰਾ ਧਿਆਨ ਨਾਲ ਸਮਝ ਲੈਣਾ, ਸੁਣ ਲੈਣਾ। ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਸਭ ਓਪਤ ਜਿਤ ਸੰਸਾਰਾ। ਉਹ ਭਾਈ, ਇਹ ਸਰੀਰ ਦੇ ਅੰਦਰ ਸਾਰਾ ਸਿਸਟਮ ਚੱਲ ਰਿਹਾ ਹੈ। ਜਿਵੇਂ ਬ੍ਰਾਹਮਣ ਨੇ ਦੱਸਿਆ ਸੀ ਕਿ ਬ੍ਰਹਮਾ ਸਭ ਨੂੰ ਪੈਦਾ ਕਰਦਾ, ਵਿਸ਼ਨੂੰ ਸਭ ਦੀ ਪਾਲਣਾ ਕਰਦਾ ਅਤੇ ਸ਼ਿਵਜੀ ਸਾਰਿਆਂ ਨੂੰ ਮਾਰ ਦਿੰਦਾ। ਇਹ ਕਹਾਣੀ ਪੁਰਾਤਨ ਕਿਤਾਬਾਂ ਦੇ ਵਿੱਚੋਂ ਆਈ ਹੋਈ ਹੈ। ਗੁਰੂ ਸਾਹਿਬ ਕਹਿੰਦੇ ਨੇ, ਨਹੀਂ, ਬਾਹਰ ਕੁਛ ਵੀ ਨਹੀਂ ਹੈ, ਤੁਹਾਡੇ ਅੰਦਰ ਹੀ ਸੈੱਲ ਪੈਦਾ ਹੁੰਦੇ ਨੇ, ਤੁਹਾਡੇ ਅੰਦਰ ਹੀ ਉਹਨਾਂ ਦੀ ਪਾਲਣਾ ਹੁੰਦੀ ਹੈ ਤੇ ਅੰਦਰ ਹੀ ਉਹਨਾਂ ਦੀ ਮੌਤ ਹੁੰਦੀ ਹੈ। ਅੰਦਰ ਹੀ ਕੁਦਰਤ ਦਾ ਬਣਾਇਆ ਅਕੱਟ ਨਿਯਮ, ਅਡੋਲ ਨਿਯਮ ਲਗਾਤਾਰ ਬਣਿਆ ਹੋਇਆ ਇਹ ਸਰੀਰ ਨੂੰ ਚਲਾ ਰਿਹਾ, ਬਣਾ ਰਿਹਾ ਅਤੇ ਢਾਹ ਰਿਹਾ। ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਸਭ ਓਪਤ ਜਿਤ ਸੰਸਾਰਾ। ਇਸੇ ਨਿਯਮ ਦੇ ਵਿੱਚ ਸਾਰਾ ਸੰਸਾਰ ਪੈਦਾ ਹੁੰਦਾ ਹੈ। ਸੱਚਾ ਆਪਣਾ ਖੇਲ ਰਚਾਇਆ, ਆਵਾ ਗਾਉਣ ਪਸਾਰਾ। ਸੱਚੇ ਨਿਯਮ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਬੇਅੰਤ ਸੁੰਦਰ ਖੇਲ ਚੱਲਿਆ ਹੋਇਆ ਤੇ ਸਾਰੇ ਜਨਮਦੇ ਨੇ, ਇਸੇ ਅਸੂਲ ਦੇ ਵਿੱਚ ਮਰ ਜਾਂਦੇ ਨੇ। ਕਾਇਆ ਅੰਦਰ ਸਭ ਕੁਛ ਵਸੈ, ਖੰਡ ਮੰਡਲ ਪਾਤਾਲਾ। ਜਿਹੜਾ ਕੋਈ ਤੁਸੀਂ ਖੰਡ ਮੰਡਲ ਦੇ ਵਿੱਚ ਲੱਭਦੇ ਹੋ, ਇੱਕ ਨਿਯਮ ਉਹੀ ਸਾਡੇ ਸਰੀਰ ਦੇ ਅੰਦਰ ਕੰਮ ਕਰ ਰਿਹਾ ਹੈ। ਕਾਇਆ ਅੰਦਰ ਸਭ ਕੁਛ ਵਸੈ, ਖੰਡ ਮੰਡਲ ਪਾਤਾਲਾ। ਕਾਇਆ ਅੰਦਰ ਜਗਜੀਵਨ ਦਾਤਾ ਵਸੈ, ਸਭ ਨਾ ਕਰੇ ਪ੍ਰਤਪਾਲਾ। ਉਹ ਸਾਰੇ ਸੰਸਾਰ ਨੂੰ, ਸਾਰੀ ਕਾਇਨਾਤ ਨੂੰ ਚਲਾਉਣ ਸੰਭਾਲਣ ਵਾਲਾ ਇੱਕ ਨਿਯਮ ਹੈ ਜਿਹੜਾ ਉਹ ਸਾਡੇ ਅੰਦਰ ਵਸਦਾ ਹੈ। ਕਾਇਆ ਅੰਦਰ ਜਗਜੀਵਨ ਦਾਤਾ ਵਸੈ, ਸਾਡੇ ਸਰੀਰ ਦੇ ਅੰਦਰ ਹੀ ਉਹ ਨਿਯਮ ਬੈਠਾ ਹੈ। ਸਭ ਨਾ ਕਰੇ ਪ੍ਰਤਪਾਲਾ, ਤੇ ਉਹ ਸਾਡੇ ਸਰੀਰ ਦੀ ਸੰਭਾਲ ਕਰਦਾ ਹੈ। ਸਾ ਕਾਇਆ ਜੋ ਸਤਿਗੁਰ ਸੇਵੇ, ਸੱਚਾ ਆਪ ਸੰਵਾਰੀ। ਉਹ ਸਰੀਰ ਬਹੁਤ ਭਲਾ ਹੈ ਜਿਹੜਾ ਸੱਚ ਦੇ ਮਾਰਗ 'ਤੇ ਚੱਲਦਾ ਹੈ ਤੇ ਸੱਚੇ ਨਿਯਮ ਨੂੰ ਸਮਝਦਾ ਹੈ। ਬਿਨ ਨਾਮੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੀ। ਉਸ ਸੱਚੇ ਨਿਯਮ ਨੂੰ ਜਦੋਂ ਬੰਦਾ ਭੁੱਲ ਜਾਂਦਾ ਤਾਂ ਫਿਰ ਜਮਦੂਤਾਂ ਦਾ ਡਰ ਉਹਦੇ ਅੰਦਰ ਕਾਂਬਾ ਛੇੜ ਦਿੰਦਾ, ਤਾਂ ਖੁਆਰ ਹੁੰਦਾ ਇਨਸਾਨ।
ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ। ਇਸ ਕਾਇਆ ਦੇ ਅੰਦਰ ਬੇਅੰਤ ਪਦਾਰਥ ਨੇ। ਇਹਦੇ ਅੰਦਰ ਹੀ ਨਿਮਰਤਾ, ਨੇਕੀ, ਭਗਤੀ, ਚੰਗੇ ਗੁਣ ਵੀ ਨੇ। ਭਾਵ ਕਿ ਇਸ ਸਰੀਰ ਤੋਂ ਚੰਗੇ ਢੰਗ ਨਾਲ ਕੰਮ ਲੈਣੇ ਨੇ, ਵਧੀਆ ਕੰਮ। ਇਸ ਕਾਇਆ ਅੰਦਰ 9 ਖੰਡ ਪ੍ਰਿਥਵੀ ਹਾਟ ਪੱਟਣ ਬਾਜਾਰਾ। ਇਹ ਸਰੀਰ ਦੇ ਅੰਦਰ ਹੀ 9 ਖੰਡ ਹੈ, ਪ੍ਰਿਥਵੀ ਹੈ। ਜਿਵੇਂ ਉਹ ਚੱਲਦੇ ਨੇ ਇਹ ਸਰੀਰ ਦੇ ਅੰਦਰ ਵੀ ਉਹੀ ਨਿਯਮ ਹੈ, ਬਾਹਰ ਕੋਈ ਲੱਭਣ ਨਾ ਜਾਇਓ। ਇਸ ਕਾਇਆ ਅੰਦਰ ਨਾਮ ਨੌਨਿਦ ਪਾਈਐ ਗੁਰ ਕੈ ਸ਼ਬਦ ਵਿਚਾਰਾ। ਇਹ ਸਰੀਰ ਦੇ ਰਾਹੀਂ ਸਾਰੇ ਪਦਾਰਥ ਪ੍ਰਾਪਤ ਕੀਤੇ ਜਾ ਸਕਦੇ ਨੇ, ਪਰ ਜੇ ਕਿਤੇ ਅਕਲਬੰਦ ਬਣ ਜਾਓ, ਗਿਆਨਵਾਨ ਬਣ ਜਾਓ, ਤੇ ਨਹੀਂ ਤੇ ਭਟਕਦੇ ਫਿਰੋਗੇ। ਗੁਰੂ ਪਿਆਰ ਵਾਲਿਓ, ਜਿਹੜੇ ਧਰਮਰਾਜ ਵਗੈਰਾ ਦੀਆਂ ਗੱਲਾਂ ਕਰਦੇ ਨੇ, ਧਰਮਰਾਜ ਤਾਂ ਪੁਰਾਤਨ ਕਹਾਣੀਆਂ ਦੇ ਮੁਤਾਬਕ ਆਪ ਬੇਵਿਚਾਰੀ ਸੀ। ਕਿਹਾ ਜਾਂਦਾ ਹੈ ਧਰਮਰਾਜ ਸੂਰਜ ਦਾ ਪੁੱਤਰ ਸੀ। ਹੁਣ ਕਦੀ ਸੋਚ ਕੇ ਦੇਖੋ, ਸੂਰਜ ਨੇ ਸੰਗਿਆ ਨਾਮੀ ਔਰਤ ਦੇ ਨਾਲ ਵਿਆਹ ਕਰਵਾਇਆ। ਕਿ ਸੂਰਜ ਜਿਹੜਾ ਕਿ ਅੱਗ ਦਾ ਐਡਾ ਵੱਡਾ ਗੋਲਾ ਹੈ, ਅਸੀਂ ਉਹਦੇ ਨੇੜੇ ਤਾਂ ਕੀ ਜਾਣਾ ਸੀ। ਇੱਥੇ ਕਰੋੜਾਂ ਮੀਲ ਦੂਰ ਬੈਠੇ ਵੀ ਗਰਮੀਆਂ ਦੇ ਵਿੱਚ ਭੁੱਜਣ ਲੱਗ ਪੈਂਦੇ ਆ, ਸੜਨ ਵਾਲੇ ਹੋ ਜਾਂਦੇ ਆ, ਇੰਨੀ ਗਰਮੀ ਪੈਂਦੀ ਹੈ। ਤੇ ਇੱਕ ਔਰਤ ਸੰਗਿਆ ਨੇ ਸੂਰਜ ਦੇ ਨਾਲ ਕਹਿੰਦੇ ਵਿਆਹ ਕਰਾ ਲਿਆ। ਉਸ ਸੰਗਿਆ ਨਾਮੀ ਔਰਤ ਤੋਂ ਧਰਮਰਾਜ ਦਾ ਜਨਮ ਹੋਇਆ ਕਹਾਣੀ ਦੇ ਮੁਤਾਬਕ। ਫਿਰ ਧਰਮਰਾਜ ਨੇ ਗਲਤੀ ਕਰ ਲਈ, ਇੱਕ ਦਿਨ ਆਪਣੀ ਮਾਂ ਦੇ ਲੱਤ ਮਾਰ ਦਿੱਤੀ ਤੇ ਸੂਰਜ ਨੇ ਉਹਨੂੰ ਸਰਾਪ ਦੇ ਦਿੱਤਾ, ਉਹਦੇ ਪੈਰ 'ਚ ਕੀੜੇ ਪੈ ਗਏ। ਤੇ ਧਰਮਰਾਜ ਫਿਰ ਰੋਇਆ ਪਿੱਟਿਆ ਆਪਣੇ ਪਿਤਾ ਅੱਗੇ ਕਿ ਮੇਰਾ ਸਰਾਪ ਦੂਰ ਕਰ ਦਿਓ। ਕਹਿੰਦੇ ਸੂਰਜ ਨੇ ਉਹਨੂੰ ਇੱਕ ਮੁਰਗਾ ਕੁੱਕੜ ਦੇ ਦਿੱਤਾ। ਕਹਿਣਗਾ ਜਦੋਂ ਤੈਨੂੰ ਕੀੜੇ ਬਹੁਤਾ ਦੁਖੀ ਕਰਨ, ਪਰੇਸ਼ਾਨ ਕਰਨ, ਆ ਕੁੱਕੜ ਉਹਨਾਂ ਪੈਰ ਦੇ ਕੀੜਿਆਂ ਕੋਲੇ ਛੱਡ ਦਿਆ ਕਰੀ। ਇਹ ਕੁੱਕੜ ਉਹਨਾਂ ਕੀੜਿਆਂ ਨੂੰ ਖਾ ਲਿਆ ਕਰੂਗਾ, ਤੈਨੂੰ ਆਰਾਮ ਆ ਜਾਇਆ ਕਰੂਗਾ। ਇਹ ਤਾਂ ਸਾਰਾ ਕੋਈ ਭਰਿਆ ਪਿਆ। ਗੁਰੂ ਪਿਆਰ ਵਾਲਿਓ, ਛੱਡ ਦਿਓ ਖਹਿੜਾ ਇਹਨਾਂ ਦਾ। 2 ਅੱਖਰ ਕਦੇ ਪੜ੍ਹ ਲਿਆ ਕਰੋ, ਗੁਰਬਾਣੀ ਨੂੰ ਕਦੇ ਸਮਝ ਲਿਆ ਕਰੋ। ਕਿਰਾਏ ਦੇ ਪਾਠ, ਕਿਰਾਏ ਦੇ ਕੀਰਤਨ, ਕਿਰਾਏ ਦੀਆਂ ਅਰਦਾਸਾਂ, ਇਹਨਾਂ ਤੋਂ ਸੰਭਲ ਜੋ, ਨਾ ਕਰੋ ਇਹ ਕੰਮ। ਤੁਸੀਂ ਆਪ ਹਿੰਮਤ ਹੌਸਲਾ ਪੈਦਾ ਕਰੋ, ਸਿਆਣਪ ਪੈਦਾ ਕਰੋ, ਤਾਂ ਇਹਨਾਂ ਜੰਜਾਲਾਂ 'ਚੋਂ ਨਿਕਲ ਕੇ ਤੁਸੀਂ ਆਜ਼ਾਦ ਹੋਵੋਗੇ। ਨਹੀਂ ਤਾਂ ਤੁਹਾਨੂੰ ਲੁੱਟਿਆ ਜਾ ਰਿਹਾ, ਕੁਰਾਹੇ ਪਾਇਆ ਜਾ ਰਿਹਾ, ਤੇ ਪੁਜਾਰੀ ਤਬਕਾ ਆਪਣੀਆਂ ਗੋਗੜਾਂ ਪਾਲ ਰਿਹਾ, ਤੇ ਆਮ ਸਿੱਖ, ਆਮ ਇਨਸਾਨ ਰੁਲਦਾ ਫਿਰ ਰਿਹਾ, ਦਰ ਦਰ ਠੋਕਰਾਂ ਖਾ ਰਿਹਾ। ਇਹ ਧਰਮਰਾਜ ਜਮਰਾਜ ਦੇ ਨਰਕ ਸੁਰਗ ਦੇ ਨਾਮ 'ਤੇ ਸਾਨੂੰ ਲੁੱਟ ਕੇ ਖਾ ਰਹੇ ਨੇ। ਸਿਆਣਾ ਇਨਸਾਨ ਕਦੇ ਵੀ ਇਹਨਾਂ ਦੀ ਲੁੱਟ ਦੇ ਵਿੱਚ ਕਾਬੂ ਨਹੀਂ ਆਉਂਦਾ, ਆਪਣੇ ਆਪ ਨੂੰ ਸੰਭਾਲਦਾ, ਇਹਨਾਂ ਨੂੰ ਤੁੱਛ ਕਰਕੇ ਜਾਣਦਾ ਕਿ ਮੈਂ ਨਹੀਂ ਡਰਦਾ ਕਿਸੇ ਧਰਮਰਾਜ ਤੋਂ, ਜਮਰਾਜ ਤੋਂ। ਮੈਂ ਸਿਆਣਾ ਗੁਣਵਾਨ ਬਣ ਗਿਆ, ਮੈਂ ਗੁਰਬਾਣੀ ਪੜ੍ਹ ਲਈ ਹੈ। ਇਹੋ ਜਿਹੀਆਂ ਗੱਲਾਂ ਜਦੋਂ ਬਾਣੀ ਦੀਆਂ ਪੰਗਤੀਆਂ ਇਹਨਾਂ ਦੇ ਸਾਹਮਣੇ ਰੱਖੋਗੇ, ਸਿਆਣੇ ਬਣੋਗੇ, ਇਹ ਜੰਜਾਲ ਸਾਰਾ ਗਲੋਂ ਫਿਰ ਲੈ ਜਾਵੇਗਾ। ਸਵਾਲ ਨੰਬਰ 348 ਬੀਬੀ ਮਨਦੀਪ ਕੌਰ ਦੁਬਈ ਤੋਂ। ਇਹਨਾਂ ਦਾ ਸਵਾਲ ਹੈ, ਪ੍ਰਹਲਾਦ ਜਨ ਕੇ 21 ਕੁਲ ਉਧਾਰੇ। ਇਹ ਪੰਗਤੀ ਆਉਂਦੀ ਹੈ ਗੁਰਬਾਣੀ ਦੇ ਵਿੱਚ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1133 ਦੇ ਉੱਤੇ ਸੁਭਾਏਮਾਨ ਹੈ। ਇਹਨਾਂ ਦਾ ਸਵਾਲ ਹੈ, ਸ਼ਬਦ ਵਿੱਚ 21 ਕੁਲਾਂ ਬਾਰੇ ਚਾਨਣਾ ਪਾਓ, ਇਹਦਾ ਕੀ ਭਾਵ ਹੈ। ਇਹ ਇੱਕ ਸਾਡੇ ਸਮਾਜ ਦੇ ਵਿੱਚ ਮੁਹਾਵਰਾ ਬਣਿਆ ਹੋਇਆ ਹੈ। ਜਿਸ ਘਰ ਦੇ ਵਿੱਚ ਕੋਈ ਨੇਕ ਇਨਸਾਨ ਪੈਦਾ ਹੋ ਜਾਵੇ, ਉਹਨੂੰ ਕਹਿ ਦੇਣਾ ਵੀ ਤੁਹਾਡੀਆਂ ਤਾਂ ਕੁਲਾਂ ਤਰ ਗਈਆਂ। ਤੁਹਾਨੂੰ ਇਸ ਭਲੇ ਇਨਸਾਨ ਨੇ ਨਰਕ 'ਚੋਂ ਸਵਰਗ 'ਚ ਪਹੁੰਚਾ ਦਿੱਤਾ। ਹੁਣ ਨਰਕ ਇੱਥੇ ਕੀ ਸੀ? ਦੁਖਿਆਰੇ ਦਿਨ, ਗਰੀਬੀ, ਕੰਗਾਲੀ, ਬਿਮਾਰੀਆਂ ਤੇ ਬੇਚੈਨੀ, ਪਰੇਸ਼ਾਨੀ, ਉਹਨੂੰ ਆਪਾਂ ਧਰਤੀ ਦੇ ਉੱਤੇ ਹੀ ਨਰਕ ਕਹਿ ਦਿੰਦੇ ਹਾਂ। ਜਦੋਂ ਇੱਥੇ ਖੁਸ਼ੀਆਂ ਖੇੜੇ ਹੋਣ, ਚਾਰੇ ਪਾਸੇ ਬਹੁਤ ਅੱਛਾ ਵਾਤਾਵਰਣ ਹੋਵੇ, ਤਾਂ ਅਸੀਂ ਉਹਨੂੰ ਸਵਰਗ ਕਹਿ ਕੇ ਵਡਿਆਈ ਕਰਦੇ ਹਾਂ। ਤੋ ਇਸੇ ਤਰ੍ਹਾਂ ਪ੍ਰਿੰਸੀਪਲ ਤੇਜਾ ਸਿੰਘ ਨੇ ਸ਼ਬਦਾਰਥ ਪੋਥੀਆਂ ਦੇ ਵਿੱਚ 21 ਕੁਲਾਂ ਦਾ ਅਰਥ ਦਿੱਤਾ ਹੈ ਕਿ ਦਾਦਕੇ ਜਿੰਨੀਆਂ ਵੀ ਉਹਨਾਂ ਦੀਆਂ ਰਿਸ਼ਤੇਦਾਰੀਆਂ ਨੇ, ਦਾਦਕਿਆਂ ਵੱਲ ਅਤੇ ਨਾਨਕਿਆਂ ਵੱਲ, ਸਹੁਰੇ ਪਰਿਵਾਰ ਵੱਲ, ਇਹ ਸਾਰੇ ਜਿੰਨੇ ਰਿਸ਼ਤੇਦਾਰ ਨੇ, ਭਾਵ ਕਿ ਸਹੁਰੇ ਪਰਿਵਾਰ ਵੱਲ 7 ਗਿਣੇ ਜਾਂਦੇ ਨੇ, ਨਾਨਕਿਆਂ ਵੱਲ 7 ਗਿਣੇ ਜਾਂਦੇ ਨੇ, ਦਾਦਕਿਆਂ ਵੱਲ 7 ਗਿਣੇ ਜਾਂਦੇ ਨੇ। ਇਹ ਇੱਕ ਮੁਹਾਵਰੇ ਦੇ ਤੌਰ 'ਤੇ ਹੈ, ਪੱਕੀ ਗਿਣਤੀ ਕੋਈ ਨਹੀਂ ਹੈ। ਭਾਵ ਕਿ ਭਲਾ ਇਨਸਾਨ ਸਾਰਿਆਂ ਨੂੰ ਹੀ ਤਾਰ ਦਿੰਦਾ ਹੈ, ਸਾਰਿਆਂ ਨੂੰ ਹੀ ਬੁਰਾਈਆਂ ਤੋਂ ਮੋੜ ਕੇ ਚੰਗੇ ਰਾਹ 'ਤੇ ਪਾ ਦਿੰਦਾ ਹੈ। ਇਹ ਪ੍ਰਹਲਾਦ ਜੀ ਦੀ ਵਡਿਆਈ ਹੈ। ਪ੍ਰਹਲਾਦ ਜੀ ਦਾ ਇਸੇ ਪੰਨੇ ਦੇ ਉੱਤੇ 1133 ਦੇ ਉੱਤੇ ਹੋਰ ਵੀ ਬਹੁਤ ਪ੍ਰਸ਼ੰਸਾ ਵਾਲੇ ਸ਼ਬਦ ਨੇ ਕਿ ਉਹਨਾਂ ਨੂੰ ਡਰਾਉਣਾ ਚਾਹੁੰਦੇ ਸੀ ਤੇ ਉਹਨਾਂ ਨੂੰ ਆਪਣੀ ਈਨ ਬਣਾਉਣਾ ਚਾਹੁੰਦੇ ਸੀ। ਉਹ ਆਪਣੇ ਪੱਕੇ ਅਸੂਲ ਤੋਂ ਨਹੀਂ ਡਿੱਗਿਆ, ਭਾਵੇਂ ਮੁਸੀਬਤਾਂ ਆਈਆਂ। ਕਿਤੇ ਮਾਂ ਨੇ ਵੀ ਆ ਕੇ ਆਖਿਆ ਕਿ ਪੁੱਤਰ ਜਾਨ ਬਚਾ ਲੈ, ਮਾफ़ੀ ਮੰਗ ਲੈ। ਕਿਤੇ ਹੋਰ ਕਈ ਡਰਾਵੇ ਦਿੱਤੇ ਗਏ, ਸ਼ਿਕਾਇਤਾਂ ਹੋਈਆਂ, ਥੰਮ ਨਾਲ ਬੰਨਿਆ ਗਿਆ।
ਇਹ ਸਾਰੀਆਂ ਪੁਰਾਣਿਕ ਕਲਪਤ ਕਹਾਣੀਆਂ ਨੇ। ਗੱਲਾਂ ਸਮਝਾਉਣ ਵਾਸਤੇ ਕੇਵਲ ਉਦਾਹਰਣਾਂ ਦੇ ਤੌਰ 'ਤੇ ਨੇ। ਜਿਵੇਂ ਗੁਰਬਾਣੀ ਦੇ ਵਿੱਚ ਪਸ਼ੂਆਂ ਪੰਛੀਆਂ ਦੇ ਰਾਹੀਂ ਵੀ ਮਨੁੱਖਾਂ ਨੂੰ ਸਮਝਾਇਆ ਜਾਂਦਾ ਹੈ। ਜੋ ਸਾਡੇ ਸਮਾਜ ਦੇ ਵਿੱਚ ਪਹਿਲਾਂ ਪ੍ਰਚਲਿਤ ਕਹਾਣੀਆਂ ਸੀ, ਉਸੇ ਤਰ੍ਹਾਂ ਦੀ ਇਹ 21 ਕੁਲਾਂ ਵਾਲੀ ਪ੍ਰਚਲਿਤ ਕਹਾਣੀ ਜਾਂ ਮੁਹਾਵਰਾ ਹੈ ਕਿ ਰਵਿਦਾਸ ਜੀ ਨਾਲ ਪ੍ਰਹਲਾਦ ਜੀ ਨਾਲ ਇੰਨਾ ਕੁਝ ਵਾਪਰਿਆ, ਪਰ ਫਿਰ ਵੀ ਉਹ ਡੋਲਿਆ ਨਹੀਂ, ਘਬਰਾਇਆ ਨਹੀਂ, ਅਤੇ ਅੰਤ ਨੂੰ ਉਹਦੀ ਜਿੱਤ ਹੋਈ। ਪ੍ਰਭੂ ਪਰਮਾਤਮਾ ਉਹਦੇ 'ਤੇ ਮਿਹਰਬਾਨ ਹੋਇਆ, ਉਹਨੇ ਆਪਣੀਆਂ ਕੁਲਾਂ ਨੂੰ ਤਾਰ ਦਿੱਤਾ, ਬੁਰੇ ਪਾਸਿਓਂ ਮੋੜ ਕੇ ਚੰਗੇ ਪਾਸੇ ਲਾ ਦਿੱਤਾ। ਅੱਜ ਵੀ ਅਸੀਂ ਸਾਡੇ ਘਰ ਦੇ ਵਿੱਚ ਕੋਈ ਇਨਸਾਨ ਚੰਗੇ ਜੀਵਨ ਵਾਲਾ ਹੋਵੇ ਅਤੇ ਅਸੀਂ ਉਹਦੇ ਨਾਲ ਆਪਣੇ ਆਪ ਨੂੰ ਬਿਨਾਂ ਰਿਸ਼ਤੇਦਾਰੀ ਤੋਂ ਵੀ ਜੋੜ ਕੇ ਖੁਸ਼ੀ ਮਹਿਸੂਸ ਕਰਦੇ ਹਾਂ। ਦੂਰੋਂ ਪਾਰੋਂ ਵੀ ਹੋਵੇ ਤਾਂ ਵੀ ਅਸੀਂ ਕਹਿ ਦਿੰਦੇ ਹਾਂ ਕਿ ਉਹ ਸਾਡਾ ਆਪਣਾ ਹੈ, ਕਿਉਂਕਿ ਚੰਗੇ ਇਨਸਾਨਾਂ ਨਾਲ ਅਸੀਂ ਆਪਣੇ ਆਪ ਨੂੰ ਵੱਡਿਆ ਹੋਇਆ ਮਹਿਸੂਸ ਕਰਦੇ ਹਾਂ। ਤੋ ਇਸੇ ਤਰ੍ਹਾਂ ਪ੍ਰਹਲਾਦ ਜੀ ਦਾ ਜਨਮ ਹੈ ਜਿਹੜਾ ਜਿਸ ਥਾਂ 'ਤੇ ਹੋਇਆ, ਉਹਨਾਂ ਨੂੰ ਵੀ ਅੱਜ ਤੱਕ ਯਾਦ ਕਰਦੇ ਹਾਂ, ਉਹ ਪ੍ਰਹਲਾਦ ਜੀ ਦੇ ਕਾਰਨ। 21 ਕੁਲ ਕੀ ਪਤਾ ਨਹੀਂ ਕਿੰਨੇ ਲੋਕ ਉਹਨੂੰ ਯਾਦ ਕਰਦੇ ਨੇ। ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿੰਨਿਆਂ ਨੂੰ ਤਾਰ ਦਿੱਤਾ, ਕਿੰਨਿਆਂ ਨੂੰ ਚੰਗੇ ਰਾਹ ਪਾ ਦਿੱਤਾ, ਕਿੰਨਾ ਕੁਝ ਸਾਨੂੰ ਨਵਾਂ ਦੇ ਦਿੱਤਾ। ਰਵਿਦਾਸ ਜੀ ਨੇ, ਕਬੀਰ ਜੀ ਨੇ ਕਿੰਨਾ ਕੁਝ ਕਰ ਦਿੱਤਾ। ਇਹ ਪੁਰਾਣੀਆਂ ਉਦਾਹਰਣਾਂ ਦੇ ਕੇ ਸਾਨੂੰ ਸਮਝਾਇਆ ਜਾਂਦਾ ਹੈ ਕਿ ਭਾਈ ਜਿੱਥੇ ਇੱਕ ਵੀ ਚੰਗਾ ਇਨਸਾਨ ਬੱਚਾ ਪੈਦਾ ਹੋ ਜਾਵੇ, ਉਹ ਪਰਿਵਾਰ, ਉਹ ਖਾਨਦਾਨ, ਉਹਨਾਂ ਦੇ ਰਿਸ਼ਤੇਦਾਰ, ਆਲਾ ਦੁਆਲਾ, ਉਹ ਸਾਰਾ ਸੁਧਰ ਜਾਂਦਾ ਹੈ। ਹੁਣ ਇਹ ਤੋਂ ਉਦਾਹਰਣ ਲੈ ਕੇ ਅਸੀਂ ਆਪ ਸੁਧਰਨ ਦਾ, ਚੰਗੇ ਇਨਸਾਨ ਬਣਨ ਦਾ ਉਪਰਾਲਾ ਕਰਨਾ ਹੈ। ਪ੍ਰਹਲਾਦ ਤਾਂ ਚੰਗਾ ਸੀ, ਸੁਧਰ ਗਿਆ ਸੀ, ਉਹਦੀਆਂ ਤੇ ਕੁਲਾਂ ਤਰ ਗਈਆਂ, ਪਰ ਸਾਡੀਆਂ ਵੀ ਕਦੀ ਤਰਨਗੀਆਂ, ਅਸੀਂ ਵੀ ਕਦੀ ਚੰਗੇ ਇਨਸਾਨ ਬਣਾਂਗੇ। ਜ਼ਿਆਦਾ ਮਸਲਾ ਇਹ ਹੈ ਕਿ ਅੱਜ ਵਰਤਮਾਨ ਸਮੇਂ 'ਤੇ ਅਸੀਂ ਕਿਹੋ ਜਿਹੀ ਜ਼ਿੰਦਗੀ ਜਿਉ ਰਹੇ ਹਾਂ, ਕਿੰਨੇ ਕੁ ਔਗੁਣਾਂ ਨੂੰ ਵਿਸਾਰਿਆ, ਦਿਮਾਗ 'ਚੋਂ ਕੱਢਿਆ, ਅਤੇ ਕਿੰਨੇ ਕੁ ਗੁਣਾਂ ਨੂੰ ਅਸੀਂ ਅਪਣਾਇਆ, ਸਮਾਜ ਦਾ ਕੀ ਭਲਾ ਕਰਦੇ ਹਾਂ। ਆਪਣੇ ਆਪ ਨੂੰ ਇਸ ਗੱਲ ਤੋਂ ਪਰਖੀਏ, ਵੇਖੀਏ, ਅਤੇ ਜੇ ਕੋਈ ਕਮੀਆਂ ਨੇ ਉਹਨਾਂ ਨੂੰ ਦੂਰ ਕਰਨ ਦਾ ਉਪਰਾਲਾ ਕਰੀਏ। ਇਹ ਗੱਲਾਂ ਕੇਵਲ ਮੁਹਾਵਰੇ ਦੇ ਤੌਰ 'ਤੇ ਵਰਤੀਆਂ ਜਾਂਦੀਆਂ ਨੇ, ਅਤੇ ਇਹ ਗੁਰਬਾਣੀ 'ਚ ਜਿਹੜੇ ਇਹੋ ਜਿਹੇ ਹੋਰ ਵੀ ਬਹੁਤ ਮੁਹਾਵਰੇ ਆਏ ਨੇ, ਉਹ ਸਾਨੂੰ ਕੁਝ ਮੱਤ ਦੇਣ ਵਾਸਤੇ ਇੱਕ ਤਰੀਕੇ ਨੇ। ਅਸੀਂ ਆਮ ਜ਼ਿੰਦਗੀ ਦੇ ਵਿੱਚ ਵੀ ਇਹੋ ਜਿਹੇ ਮੁਹਾਵਰੇ ਰੋਜ਼ਾਨਾ ਲਗਾਤਾਰ ਵਰਤਦੇ ਰਹਿੰਦੇ ਹਾਂ। ਸਵਾਲ ਨੰਬਰ 349 ਭਾਈ ਚਰਨਜੀਤ ਸਿੰਘ, ਜਮਸ਼ੇਦਪੁਰ, ਟਾਟਾ ਨਗਰ। ਇਹਨਾਂ ਦਾ ਸਵਾਲ ਹੈ, ਅਰਦਾਸ ਵੇਲੇ ਕਈ ਗੁਰਦੁਆਰਿਆਂ ਵਿੱਚ ਬੋਲੋ ਜੀ ਵਾਹਿਗੁਰੂ ਕਹਿਣ ਸਮੇਂ ਨਗਾਰਾ ਵਜਾਇਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਅਰਦਾਸ ਤੋਂ ਧਿਆਨ ਹਟ ਜਾਂਦਾ ਹੈ। ਕੀ ਨਗਾਰਾ ਵਜਾਉਣਾ ਮਰਿਆਦਾ ਮੁਤਾਬਕ ਠੀਕ ਹੈ? ਗੁਰੂ ਪਿਆਰ ਵਾਲਿਓ, ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹੋ ਜਿਹਾ ਕੁਛ ਵੀ ਨਹੀਂ ਲਿਖਿਆ ਹੋਇਆ। ਨਾ ਕੋਈ ਪੁਰਾਤਨ ਕਿਸੇ ਗ੍ਰੰਥ ਦੇ ਵਿੱਚ, ਇਤਿਹਾਸ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਵਾਹਿਗੁਰੂ ਕਹਿਣ ਦੇ ਨਾਲ ਨਗਾਰਾ ਵਜਾਇਆ ਜਾਵੇ। ਤੋ ਇਹ ਆਪੋ ਆਪਣੀ ਲੋੜ ਦੇ ਮੁਤਾਬਕ ਕੁਝ ਇੱਕ ਪਰੰਪਰਾਵਾਂ ਚਾਲੂ ਕਰ ਲਈਆਂ ਗਈਆਂ ਨੇ। ਲੋਕਾਂ ਦਾ ਗੁਰਬਾਣੀ ਵੱਲੋਂ ਧਿਆਨ ਹਟਾ ਕੇ ਇਸ ਤਰ੍ਹਾਂ ਦੇ ਸ਼ੋਰ ਸ਼ਰਾਬੇ ਵਿੱਚ ਉਲਝਾ ਦਿੱਤਾ ਗਿਆ ਹੈ, ਅਤੇ ਨਗਾਰੇ ਦੀ ਕੋਈ ਮਰਿਆਦਾ, ਕੋਈ ਪਰੰਪਰਾ ਨਹੀਂ ਹੈ। ਪਰ ਇਹ ਜਦੋਂ ਕੋਈ ਰਾਜੇ ਮਹਾਰਾਜੇ ਦਾ ਅੱਗੇ ਸਵਾਰੀ ਤੁਰਦੀ ਸੀ, ਉਦੋਂ ਨਗਾਰਾ ਵਜਾ ਕੇ ਲੋਕਾਂ ਨੂੰ ਪਰੇ ਹੋਣ ਦਾ, ਰਾਜੇ ਦੇ ਲੰਘਣ ਦਾ, ਆਉਣ ਦਾ ਇੱਕ ਸੁਨੇਹਾ ਦਿੱਤਾ ਜਾਂਦਾ ਸੀ। ਭਾਵ ਨਗਾਰੇ ਰਾਹੀਂ ਦੱਸਿਆ ਜਾਂਦਾ ਸੀ। ਉਦੋਂ ਸਪੀਕਰ ਵਗੈਰਾ ਨਹੀਂ ਹੁੰਦੇ ਸੀ, ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ, ਰਾਹ ਛੱਡ ਦੇਣ। ਜੇ ਕਿਸੇ ਨੇ ਖਲੋਣਾ ਹੈ ਤਾਂ ਪਾਸੇ ਹੋ ਕੇ ਖਲੋ ਜਾਵੇ। ਇਹ ਉਸ ਤਰ੍ਹਾਂ ਦੀ ਭਾਵਨਾਵਾਂ ਪੁਰਾਤਨ ਸਮੇਂ ਦੇ ਵਿੱਚ ਸੀ। ਅੱਜ ਇਹ ਭਾਵਨਾਵਾਂ ਵਗੈਰਾ ਇਹਨਾਂ ਦੀ ਲੋੜ ਨਹੀਂ ਹੈ। ਅਤੇ ਜਿਹੜੀਆਂ ਇਸ ਤਰ੍ਹਾਂ ਤੁਸੀਂ ਇਹ ਆਖਿਆ ਕਿ ਅਰਦਾਸ ਦੇ ਵਿੱਚੋਂ ਧਿਆਨ ਭੰਗ ਹੁੰਦਾ ਹੈ, ਅਸੀਂ ਕਦੀ ਸੋਚ ਕੇ ਦੇਖੀਏ ਅਰਦਾਸ ਦੇ ਵਿੱਚ ਧਿਆਨ ਜੋੜ ਕੇ ਮਿਲੇਗਾ ਕੀ? ਉਸ ਅਰਦਾਸ 'ਚੋਂ ਅੱਜ ਤੱਕ ਜਿਹੜੀ ਕਿ ਹਰ ਰੋਜ਼ ਲੱਖਾਂ ਅਰਦਾਸਾਂ ਹੋ ਜਾਂਦੀਆਂ ਨੇ, ਉਹਦੇ ਵਿੱਚੋਂ ਆਊਟਪੁੱਟ ਕੀ ਨਿਕਲੀ ਹੈ, ਪ੍ਰਾਪਤੀ ਕੀ ਹੋਈ ਹੈ? ਚਾਹੀਦਾ ਇਹ ਸੀ ਕਿ ਜਿਹੜੀ 2.5-3 ਮਿੰਟ ਦੀ ਅਰਦਾਸ ਹੈ, ਉਹਦੇ ਵਿੱਚ ਜੋ ਬਹਾਦਰੀ ਭਰੇ ਪਰਉਪਕਾਰ ਦੇ ਕਾਰਨਾਮੇ ਕੀਤੇ ਸੀ ਗੁਰਸਿੱਖਾਂ ਵੱਲੋਂ ਅਤੇ ਗੁਰੂ ਸਾਹਿਬ ਵੱਲੋਂ, ਉਹਨਾਂ ਤੋਂ ਪ੍ਰੇਰਨਾ ਲੈ ਕੇ ਉਹਨਾਂ ਵਰਗੇ ਬਣਨ ਦਾ ਉਪਰਾਲਾ ਕਰਨਾ ਸੀ। ਅਕਲਮੰਦ ਬਣਨਾ ਸੀ, ਬਹਾਦਰ ਬਣਨਾ ਸੀ, ਪਰਉਪਕਾਰੀ ਬਣਨਾ ਸੀ। ਅਤੇ ਉਹ ਸਾਰਾ ਕੁਝ ਸਾਨੂੰ ਭੁੱਲ ਗਿਆ। ਅਰਦਾਸ ਦੇ ਵਿੱਚ ਇਕਾਗਰ ਚਿੱਤ ਹੋਣ ਦੀਆਂ ਗੱਲਾਂ ਬਾਰ-ਬਾਰ ਕੀਤੀਆਂ ਜਾਂਦੀਆਂ ਨੇ ਕਿ ਜੇ ਅਰਦਾਸ ਇਕਾਗਰ ਚਿੱਤ ਹੋ ਕੇ ਕੀਤੀ ਜਾਵੇ ਤਾਂ ਜ਼ਰੂਰ ਪੂਰੀ ਹੋਵੇਗੀ। ਪਰ ਹੁਣ ਜੇ ਨਗਾਰਾ ਵਿੱਚ ਵੱਜ ਗਿਆ, ਫਿਰ ਇਕਾਗਰਤਾ ਟੁੱਟ ਗਈ ਹੈ। ਇਹ ਸਾਨੂੰ ਭਰਮ ਪਾਏ ਗਏ ਨੇ। ਅਜਿਹਾ ਕੁਛ ਵੀ ਨਹੀਂ ਹੈ। ਅਰਦਾਸ ਦੇ ਵਿੱਚ 2-3 ਮਿੰਟਾਂ ਦੇ ਵਿੱਚ ਸਾਰਾ ਇਤਿਹਾਸ ਸਾਡੇ ਸਾਹਮਣੇ ਰੱਖਿਆ ਗਿਆ ਸੰਖੇਪ ਕਰਕੇ, ਅਤੇ ਉਹ ਚੀਜ਼ਾਂ ਨੂੰ ਸਮਝਣਾ ਹੁੰਦਾ ਹੈ।
ਗੁਰਬਾਣੀ ਜਿਹੜੀ ਇੰਨੀ ਸਾਰੀ ਪਰਉਪਕਾਰ ਵਾਸਤੇ ਗੁਰੂ ਸਾਹਿਬ ਨੇ ਸਾਡੇ ਸਨਮੁਖ ਰੱਖ ਦਿੱਤੀ ਹੈ, ਉਹਨੂੰ ਅਸੀਂ ਭੁੱਲ ਗਏ ਆ, ਉਹਨੂੰ ਅਸੀਂ ਪੜ੍ਹਦੇ ਨਹੀਂ, ਉਹਨੂੰ ਸਮਝਦੇ ਨਹੀਂ ਅਤੇ ਆਪਣੀ ਜ਼ਿੰਦਗੀ 'ਚ ਲਾਗੂ ਵੀ ਨਹੀਂ ਕਰਦੇ। ਸੋ ਇਹ ਜਿਹੜਾ ਤੁਹਾਡੇ ਮਨ ਦੇ ਵਿੱਚ ਸਵਾਲ ਆਇਆ ਕਿ ਕਿਤੇ ਅਰਦਾਸ ਦੇ ਵਿੱਚੋਂ ਸਾਡਾ ਮਨ ਭੰਗ ਨਾ ਹੋ ਜਾਵੇ, ਇਕਾਗਰਤਾ ਨਾ ਚਲੀ ਜਾਵੇ, ਅਜਿਹਾ ਕੁਛ ਵੀ ਨਹੀਂ ਹੈ। ਪਰ ਹਾਂ, ਨਗਾਰਾ ਵਜਾਉਣ ਦੀ ਜ਼ਰੂਰਤ ਨਹੀਂ ਹੈ। ਇਹ ਆਪੋ ਆਪਣੀ ਥਾਂ 'ਤੇ ਗੁਰਦੁਆਰਿਆਂ ਵਾਲਿਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਮਰਿਆਦਾਵਾਂ ਬਣਾ ਲਈਆਂ ਨੇ। ਤੁਸੀਂ ਇਹ ਵੀ ਦੇਖ ਲਿਓ ਕਿ ਹਜੂਰ ਸਾਹਿਬ ਤਾਂ ਬੱਕਰੇ ਵੀ ਵੱਢੇ ਜਾਂਦੇ ਨੇ ਗੁਰਦੁਆਰੇ ਦੇ ਅੰਦਰ, ਟੱਲੀਆਂ ਖੜਕਦੀਆਂ ਨੇ, ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਹਨਾਂ ਨੇ ਰੱਖਿਆ ਹੋਇਆ। ਹੋਰ ਕਿੰਨਾ ਕੁਝ ਹੈ ਜਿਹੜਾ ਉਹ ਕਰ ਰਹੇ ਨੇ। ਘੋੜਿਆਂ ਤੱਕ ਦੀ ਪੂਜਾ ਹੋ ਰਹੀ ਹੈ। ਸਿੱਖ ਬਹੁਤ ਨਿੱਘਰ ਗਏ ਨੇ, ਗਰਕ ਹੋ ਗਏ ਨੇ, ਅਕਲ ਬਹੁਤ ਪਿੱਛੇ ਰਹਿ ਗਈ ਹੈ। ਬਸ ਮਨਮਤ ਅੱਗੇ ਆ ਗਈ ਹੈ। ਦੁਨੀਆ ਸਾਨੂੰ ਵੇਖ ਕੇ ਹੱਸਦੀ ਹੋਵੇਗੀ। ਅਸੀਂ ਤਮਾਸ਼ਾ ਬਣ ਚੁੱਕੇ ਹਾਂ। ਗੁਰਬਾਣੀ ਦੀਆਂ ਡੀਂਗਾਂ 'ਤੇ ਬਹੁਤ ਮਾਰਦੇ ਹਾਂ ਸਟੇਜਾਂ ਦੇ ਉੱਤੇ, ਪਰ ਗੁਰਬਾਣੀ ਦੇ ਅਸੂਲਾਂ ਦਾ ਕੁਝ ਵੀ ਨਹੀਂ ਪਤਾ। ਉਹਨਾਂ ਨੂੰ ਲਾਗੂ ਕੌਣ ਕਰੇਗਾ? ਸਾਡੇ ਅਕਾਲ ਤਖਤ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅਕਾਲੀ ਦਲ ਦੇ ਪ੍ਰਧਾਨ, ਇਹਨਾਂ ਸਾਰਿਆਂ ਤੋਂ ਸ਼ੁਰੂ ਕਰਕੇ ਆਮ ਸਿੱਖ ਤੱਕ ਮਾਨਸਿਕ ਤੌਰ 'ਤੇ ਅਸੀਂ ਡੁੱਬ ਚੁੱਕੇ ਹਾਂ, ਗਰਕ ਹੋ ਚੁੱਕੇ ਹਾਂ। ਸਾਡੀ ਬਾਂਹ ਫੜਨ ਵਾਲਾ, ਰਾਹ ਪਾਉਣ ਵਾਲਾ, ਗਿਆਨ ਦੇਣ ਵਾਲਾ ਅੱਜ ਕੋਈ ਵੀ ਨਹੀਂ ਹੈ। ਗੁਰਬਾਣੀ ਦਾ ਉੱਤਮ ਕਿਸਮ ਦਾ ਗਿਆਨ ਸਾਨੂੰ ਖੋਲ੍ਹ ਕੇ ਸਮਝਾਉਣ ਵਾਲਾ, ਪੰਥ ਦੇ ਵਿੱਚ ਏਕਤਾ ਲਿਆਉਣ ਵਾਲਾ, ਵਹਿਮਾਂ ਭਰਮਾਂ ਤੋਂ ਕੱਢਣ ਵਾਲਾ ਸਾਡੇ ਕੋਲੇ ਕੋਈ ਵੀ ਨਜ਼ਰ ਨਹੀਂ ਆਉਂਦਾ। ਘੱਟ ਤੋਂ ਘੱਟ ਹੈ ਜਦੋਂ ਕੋਈ ਸੱਚੋ ਸੱਚ ਬੋਲ ਰਿਹਾ, ਨਹੀਂ ਤਾਂ ਆਪੋ ਆਪਣੀਆਂ ਮਾਨਤਾਵਾਂ ਹਰੇਕ ਥਾਂ 'ਤੇ ਲਾਗੂ ਨੇ। ਸਾਵਧਾਨ ਰਹੀਏ। ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਆਪਣੀ ਜ਼ਿੰਦਗੀ 'ਚ ਉਤਾਰਨਾ ਹੈ। ਇਹਨਾਂ ਵਹਿਮਾਂ ਭਰਮਾਂ ਤੋਂ ਆਪਣੇ ਆਪ ਨੂੰ ਮੁਕਤ ਕਰਕੇ ਰੱਖਣਾ ਹੈ। ਸਵਾਲ ਨੰਬਰ 350 ਬੀਬੀ ਬਲਜੀਤ ਕੌਰ ਮੋਹਾਲੀ। ਉਹਨਾਂ ਦਾ ਸਵਾਲ ਹੈ, ਕਈ ਪਰਿਵਾਰਾਂ ਵਿੱਚ ਪੂਰਾ ਪੂਰਾ ਦਿਨ ਟੈਲੀਵਿਜ਼ਨ ਉੱਤੇ ਗੁਰਬਾਣੀ ਕੀਰਤਨ ਚੱਲਦਾ ਰਹਿੰਦਾ ਹੈ। ਨਾਲ ਹੀ ਪਰਿਵਾਰ ਦੇ ਮੈਂਬਰ ਘਰ ਦੇ ਕੰਮ ਕਰਦੇ ਰਹਿੰਦੇ ਹਨ, ਗੱਲਾਂ ਬਾਤਾਂ ਵੀ ਕਰਦੇ ਹਨ। ਖਾਣਾ ਪੀਣਾ ਵੀ ਇਸ ਸਮੇਂ ਦੌਰਾਨ ਹੁੰਦਾ ਹੈ। ਕੀ ਇਹ ਸਹੀ ਹੈ? ਕਿਤੇ ਇਹ ਗੁਰਬਾਣੀ ਦੀ ਬੇਅਦਬੀ ਤਾਂ ਨਹੀਂ ਹੈ? ਇੱਥੇ ਸੋਚਣ ਵਾਲੀ ਗੱਲ ਇਹ ਹੈ, ਇੰਨਾ ਸਮਾਂ ਕਿਹਦੇ ਕੋਲੇ ਹੈ ਕਿ ਸਾਰਾ ਦਿਨ ਉਹ ਗੁਰਬਾਣੀ ਸੁਣਦਾ ਰਹੇ, ਸਾਹਮਣੇ ਬੈਠਾ ਰਹੇ? ਪਹਿਲੀ ਗੱਲ ਤਾਂ ਇਹ 'ਚ ਅਦਬ ਜਾਂ ਬੇਅਦਬੀ ਵਾਲੀ ਗੱਲ ਨਾ ਆਪਾਂ ਸਾਹਮਣੇ ਲਈਏ, ਪਰ ਮੈਂ ਇਹ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਸਾਰਾ ਦਿਨ ਟੈਲੀਵਿਜ਼ਨ ਦੀ ਪਾਂ ਲਾਈ ਜਾਣੀ ਅਤੇ ਸਾਜ਼ ਸੰਗੀਤ, ਚਾਹੇ ਉਹ ਕੀਰਤਨ ਹੈ ਚਾਹੇ ਹੋਰ ਕੋਈ ਹੈ, ਉਹਨੂੰ ਸਾਰਾ ਦਿਨ ਲਾਈ ਰੱਖਣਾ ਕੰਨਾਂ ਤੋਂ ਬੋਲੇ ਹੋ ਜਾਣ ਵਾਲੀ ਗੱਲ ਹੈ। ਇੱਕ ਪਾਸੇ ਤੁਸੀਂ ਉਹ ਟੈਲੀਵਿਜ਼ਨ ਲਾਇਆ ਹੋਇਆ, ਦੂਜੇ ਤੁਸੀਂ ਆਪਣੀਆਂ ਗੱਲਾਂ ਬਾਤਾਂ ਦੂਜੇ ਨੂੰ ਸੁਣਾਉਣ ਵਾਸਤੇ ਤੁਹਾਨੂੰ ਉੱਚੀ ਬੋਲਣਾ ਪਵੇਗਾ ਅਤੇ ਇਸ ਤਰ੍ਹਾਂ ਸ਼ੋਰ ਹੋਰ ਵੱਧ ਜਾਵੇਗਾ। ਤੁਸੀਂ ਗੱਲ ਨੂੰ ਧਿਆਨ ਨਾਲ ਸੁਣ ਵੀ ਨਹੀਂ ਸਕੋਗੇ। ਜੇ ਥੋੜ੍ਹੀ ਬਹੁਤੀ ਸੁਣੀ ਹੈ ਤਾਂ ਉਹ ਸਮਝ ਨਹੀਂ ਆ ਸਕੇਗੀ, ਕਿਉਂਕਿ ਦੋ ਕਿਸਮ ਦੀਆਂ ਆਵਾਜ਼ਾਂ ਆ ਰਹੀਆਂ ਨੇ, ਇੱਕ ਪਾਸੇ ਕੀਰਤਨ ਦੀ, ਇੱਕ ਪਾਸੇ ਤੁਹਾਡੀ ਆਪਣੀ। ਤੁਸੀਂ ਧਿਆਨ ਦੇ ਨਾਲ ਜੇ ਸੁਣਨਾ ਹੈ ਤਾਂ ਇੱਕ ਚੀਜ਼ ਸੁਣ ਲਓ, ਜਾਂ ਤਾਂ ਕੀਰਤਨ ਜਾਂ ਆਪਣਾ ਵਿਚਾਰ ਵਟਾਂਦਰਾ, ਘਰ ਦੇ ਕੰਮ ਧੰਦੇ ਜਿਹੜੇ ਵੀ ਕਰਨੇ ਨੇ। ਹਾਂ, ਜੇ ਤੁਸੀਂ ਇਕੱਲੇ ਹੋ, ਕੋਈ ਕੰਮ ਵੀ ਕਰਦੇ ਜਾਓ ਤਾਂ ਤੁਸੀਂ ਨਾਲ ਗੱਲਾਂ ਬਾਤਾਂ ਵਾਲਾ ਹੋਰ ਕੋਈ ਨਹੀਂ ਹੈ ਤਾਂ ਕੰਮ ਧੰਦੇ ਕਰਦਿਆਂ ਕਰਦਿਆਂ ਗੁਰਬਾਣੀ ਕੀਰਤਨ ਵੀ ਸੁਣ ਸਕਦੇ ਹੋ, ਕਥਾ ਵੀ ਸੁਣ ਸਕਦੇ ਹੋ, ਅਤੇ ਹੋਰ ਕੋਈ ਉਪਦੇਸ਼ ਜਿਹੜਾ ਤੁਹਾਨੂੰ ਚੰਗਾ ਲੱਗੇ, ਵਿਦਵਾਨਾਂ ਦੇ ਵਿਚਾਰ, ਉਹ ਵੀ ਤੁਸੀਂ ਸੁਣ ਸਕਦੇ ਹੋ, ਮਨਾਹੀ ਨਹੀਂ ਹੈ। ਪਰ ਜਦੋਂ ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਹਾਂ, ਟੀਵੀ ਲੱਗਿਆ ਹੋਵੇ ਤਾਂ ਗੱਲਬਾਤ ਠੀਕ ਢੰਗ ਨਾਲ ਨਹੀਂ ਹੋ ਸਕੇਗੀ। ਇਸੇ ਤਰ੍ਹਾਂ ਆਪਾਂ ਜਦੋਂ ਗੁਰਦੁਆਰਿਆਂ ਜਾਂਦੇ ਹਾਂ, ਉੱਥੇ ਕੀਰਤਨ ਵੀ ਹੋ ਰਿਹਾ ਅਤੇ ਕਈ ਮਾਈ ਭਾਈ, ਨੌਜਵਾਨ ਬੱਚੇ ਬੱਚੀਆਂ, ਉਹ ਗੁਟਕਾ ਲੈ ਕੇ ਉੱਥੇ ਪਾਠ ਵੀ ਕਰ ਰਹੇ ਹੁੰਦੇ ਨੇ। ਨਾ ਉਹਨਾਂ ਨੂੰ ਕੀਰਤਨ ਸਮਝ ਆ ਰਿਹਾ ਅਤੇ ਨਾ ਆਪਣਾ ਪਾਠ ਸਮਝ ਆ ਰਿਹਾ, ਕਿਉਂਕਿ ਦੋਵਾਂ ਦਾ ਸ਼ੋਰ ਮਚਿਆ ਹੋਇਆ। ਇਹ ਜਿਹੜੀਆਂ ਚੀਜ਼ਾਂ ਨੇ, ਕੇਵਲ ਆਪਣੇ ਅੰਦਰ ਭਰਮ ਪਾਇਆ ਜਾ ਰਿਹਾ ਕਿ ਮੈਂ ਧਰਮ ਕਮਾ ਰਿਹਾ, ਜਾਂ ਮੈਂ ਕੀਰਤਨ ਸੁਣ ਰਿਹਾ, ਜਾਂ ਮੈਂ ਪਾਠ ਕਰ ਰਿਹਾ, ਮੈਂ ਸਿਮਰਨ ਕਰ ਰਿਹਾ। ਅਜਿਹਾ ਕੁਛ ਵੀ ਨਹੀਂ ਹੈ। ਇਹਨਾਂ ਚੀਜ਼ਾਂ ਦਾ ਆਊਟਪੁੱਟ ਜਾਂ ਰਿਜ਼ਲਟ ਹੈ, ਉਹ ਤੁਹਾਡੀ ਜ਼ਿੰਦਗੀ 'ਚੋਂ ਪ੍ਰਗਟ ਹੋਣਾ ਚਾਹੀਦਾ ਸੀ ਕਿ ਤੁਸੀਂ ਕਿਹੋ ਜਿਹੇ ਇਨਸਾਨ ਬਣੇ ਹੋ। ਕੀ ਗੁਰਬਾਣੀ ਸਮਝ ਕੇ, ਪੜ੍ਹ ਕੇ ਤੁਸੀਂ ਜ਼ਿੰਦਗੀ ਦੇ ਵਿੱਚ ਪਰਉਪਕਾਰੀ ਬਣੇ, ਅਕਲਮੰਦ ਬਣੇ, ਅਤੇ ਤੁਸੀਂ ਬਹਾਦਰ ਬਣੇ? ਤੁਸੀਂ ਕੋਈ ਸਮਾਜ ਦੇ ਭਲੇ ਵਾਸਤੇ ਕੰਮ ਕਰ ਰਹੇ ਹੋ? ਇਹ ਸਾਰਾ ਕੁਝ ਸੋਚਣਾ ਸੀ ਆਪਣੀ ਜ਼ਿੰਦਗੀ ਦੇ ਵਿੱਚ ਕਿ ਗੁਰਬਾਣੀ ਦਾ ਸਾਡੇ 'ਤੇ ਕੀ ਅਸਰ ਹੋਇਆ। ਪਰ ਇੱਧਰਲੇ ਪਾਸੇ ਧਿਆਨ ਕੋਈ ਨਹੀਂ ਜਾਂਦਾ। ਅਸੀਂ ਗੁਰਬਾਣੀ ਸੁਣ ਲਈ, ਅਸੀਂ ਪਾਠ ਕਰ ਲਿਆ, ਅਖੰਡ ਪਾਠ ਕਰ ਲਿਆ, ਸਹਿਜ ਪਾਠ ਕਰ ਲਿਆ, ਅਤੇ ਉਹਦਾ ਨਤੀਜਾ ਕੁਛ ਵੀ ਪਤਾ ਨਹੀਂ ਹੈ। ਗੁਰੂ ਪਿਆਰ ਵਾਲਿਓ, ਇਹ ਸਾਰੀਆਂ ਚੀਜ਼ਾਂ ਕੇਵਲ ਵਿਖਾਵਾ ਹੋ ਸਕਦੀਆਂ ਨੇ, ਕੇਵਲ ਆਪਣੇ ਅੰਦਰ ਭਰਮ ਹੋ ਸਕਦੀਆਂ ਨੇ ਕਿ ਮੈਂ ਧਰਮੀ ਹਾਂ, ਸਾਰਾ ਦਿਨ ਮੇਰੇ ਕੋਲੇ ਕੀਰਤਨ ਚੱਲਦਾ ਹੈ। ਅਤੇ ਮੈਂ ਦੁਕਾਨਾਂ 'ਚ ਵੀ ਵੇਖਿਆ,
ਜਿਹੜੇ ਸਾਡੇ ਸਿੱਖ ਭਰਾ ਨੇ ਉਹ ਸੁਖਮਨੀ ਸਾਹਿਬ ਦਾ ਪਾਠ ਵੀ ਲਾਈ ਰੱਖਦੇ ਨੇ ਆਪਣੀ ਦੁਕਾਨ 'ਚ ਅਤੇ ਠੱਗੀਆਂ ਵੀ ਮਾਰੀ ਜਾਂਦੇ ਨੇ, ਅਤੇ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਵੀ ਲਾਈ ਰੱਖਦੇ ਨੇ ਟੇਪ ਰਿਕਾਰਡ 'ਤੇ ਝੂਠ ਵੀ ਬੋਲੀ ਜਾਂਦੇ ਨੇ, ਮਹਿੰਗਾ ਵੀ ਲਾਈ ਜਾਂਦੇ ਨੇ, ਘਟੀਆ ਚੀਜ਼ਾਂ ਵੀ ਵੇਚੀ ਜਾਂਦੇ ਨੇ। ਗੱਲ ਹੈ ਚੰਗੇ ਇਨਸਾਨ ਬਣਨ ਦਾ। ਆਪਣੇ ਅੰਦਰੋਂ ਝੂਠ, ਫਰੇਬ, ਠੱਗੀ, ਧੋਖਾ, ਬੇਈਮਾਨੀ, ਕੂੜ ਕੁਫਰ ਇਹ ਸਾਰਾ ਕੁਝ ਛੱਡਣਾ ਸੀ ਤਾਂ ਤੇ ਮੰਨ ਸਕਦੇ ਹਾਂ ਕਿ ਚੰਗੇ ਇਨਸਾਨ ਤੁਸੀਂ ਬਣ ਰਹੇ ਹੋ, ਗੁਰਬਾਣੀ ਦਾ ਅਸਰ ਹੋ ਰਿਹਾ। ਨਹੀਂ ਤਾਂ ਵਿਖਾਵਾ ਤਾਂ ਬਹੁਤ ਕੁਝ ਹੋ ਰਿਹਾ। ਵਿਖਾਵਾ ਤਾਂ ਦਰਬਾਰ ਸਾਹਿਬ ਤੋਂ ਲੈ ਕੇ ਸਾਰੇ ਕਿਤੇ ਹੋ ਰਿਹਾ। ਬਿਰਲਾ ਕੋਈ ਭਾਗਾਂ ਵਾਲਾ ਹੋਵੇਗਾ ਜਿਹੜਾ ਇਸ ਵਿਖਾਵੇ ਤੋਂ ਬਚਿਆ ਹੋਇਆ। ਹੁਣ ਦਰਬਾਰ ਸਾਹਿਬ ਦੇ ਵਿੱਚ ਬਹੁਤ ਧਰਮ ਕਰਮ ਹੁੰਦੇ ਨੇ, ਲੱਖਾਂ ਲੋਕ ਰੋਜ਼ਾਨਾ ਮੱਥੇ ਟੇਕਦੇ ਨੇ, ਪਰ ਉੱਥੇ ਵੀ ਪ੍ਰਬੰਧਕ ਠੱਗ ਬੈਠੇ ਨੇ। ਉੱਥੇ ਵੀ ਲੜਾਈਆਂ ਹੁੰਦੀਆਂ ਨੇ, ਪੱਗਾਂ ਲੱਥਦੀਆਂ ਨੇ, ਝੂਠ ਬੋਲਿਆ ਜਾਂਦਾ, ਬੇਈਮਾਨੀਆਂ ਹੁੰਦੀਆਂ ਨੇ, ਗੋਲਕਾਂ ਨੂੰ ਗਲਤ ਤਰੀਕੇ ਨਾਲ ਵਰਤਿਆ ਜਾਂਦਾ ਅਤੇ ਹੋਰ ਪਤਾ ਨਹੀਂ ਕਿੰਨਾ ਕੁਝ ਵਾਪਰ ਜਾਂਦਾ। ਹੁਣ ਤਾਂ 328 ਨਹੀਂ, ਪਤਾ ਨਹੀਂ ਕਿੰਨੇ ਸੌ ਅਤੇ ਕਿੰਨੇ ਹਜ਼ਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਜਿਹੜਾ ਕਿ ਕਿਹਾ ਜਾਂਦਾ ਗਾਇਬ ਕਰ ਦਿੱਤੇ ਗਏ ਨੇ। ਉਹ ਅਪਮਾਨ ਕੀਤਾ ਗਿਆ ਅਤੇ ਉਹਨੂੰ ਭੈੜੇ ਤੋਂ ਭੈੜੇ ਸ਼ਬਦ ਜੇ ਵਰਤੀਏ ਤਾਂ ਸਾਨੂੰ ਚੰਗਾ ਨਹੀਂ ਲੱਗਦਾ। ਪਰ ਹੁਣ ਤਾਂ ਇਹ ਪ੍ਰਬੰਧਕ ਪਾਠ ਬਹੁਤ ਕਰਦੇ ਨੇ, ਬਹੁਤ ਸੁਣਦੇ ਨੇ, ਕੀਰਤਨ ਬਹੁਤ ਹੁੰਦਾ, ਪਰ ਲੁੱਟ ਕੇ ਖਾ ਰਹੇ ਨੇ, ਗੁਰੂ ਸਾਹਿਬ ਦੀ ਆਪ ਹੀ ਬੇਅਦਬੀ ਵੀ ਕਰ ਰਹੇ ਨੇ ਅਤੇ ਬਹੁਤ ਕੁਝ ਇਹੋ ਜਿਹਾ ਹੋ ਰਿਹਾ। ਇਹ ਸਾਰਾ ਕੁਝ ਕੇਵਲ ਵਿਖਾਵੇ ਮਾਤਰ। ਅਸੀਂ ਧਰਮੀ ਰਹਿ ਗਏ ਹਾਂ ਅਤੇ ਨਹੀਂ ਤਾਂ ਧਰਮ ਦੇ ਸੱਚੇ ਗੁਣ ਸਾਡੇ ਅੰਦਰ ਨਹੀਂ ਹੈਗੇ। ਤੋ ਆਪਣੇ ਆਪ ਨੂੰ ਤੁਸੀਂ ਕੀਰਤਨ ਸੁਣੋ ਜਾਂ ਨਾ ਸੁਣੋ, ਗੱਲਾਂ ਬਾਤਾਂ ਕਰਦੇ ਹੋਏ, ਇਹ ਤੁਹਾਡਾ ਪਰਸਨਲ ਮਾਮਲਾ ਹੈ। ਪਰ ਜਦੋਂ ਤੁਸੀਂ ਘਰਦਿਆਂ ਨਾਲ ਗੱਲਬਾਤ ਕਰਦੇ ਹੋ, ਉਦੋਂ ਜੇ ਕੀਰਤਨ ਆਦਿਕ ਚੱਲ ਰਿਹਾ ਕੋਲੇ ਜਾਂ ਹੋਰ ਵੀ ਕੋਈ ਗੱਲਬਾਤ TV 'ਤੇ ਚੱਲ ਰਹੀ ਹੈ ਤਾਂ ਤੁਸੀਂ ਆਪਸ ਦੇ ਵਿੱਚ ਠੀਕ ਢੰਗ ਨਾਲ ਗੱਲਬਾਤ ਨਹੀਂ ਕਰ ਸਕੋਗੇ। ਮੈਂ ਰੋਜ਼ਾਨਾ ਇਹ ਜ਼ਿੰਦਗੀ ਦੇ ਤਜਰਬੇ ਨੇ, ਰੋਜ਼ਾਨਾ ਵੇਖਦਾ। ਜਦੋਂ ਅਸੀਂ ਆਪਸ ਦੇ ਵਿੱਚ ਗੱਲਬਾਤ ਕਰਨੀ ਹੁੰਦੀ ਹੈ, ਮੈਂ ਤੁਰੰਤ ਉਹਦੀ ਆਵਾਜ਼ ਬੰਦ ਕਰਦਾ ਨਾ TV ਦੀ, ਅਤੇ ਫਿਰ ਗੱਲਬਾਤ ਕਰਦੇ ਹਾਂ ਵੀ ਲਓ ਹੁਣ ਗੱਲਬਾਤ ਮੁੱਕ ਗਈ, ਹੁਣ TV ਲਾ ਲਓ ਜਿਹੜਾ ਚੈਨਲ ਤੁਹਾਡਾ ਦਿਲ ਕਰੇ। ਤੋ ਇਹ ਸਾਰਾ ਕੁਝ ਸੋਚਣ ਸਮਝਣ ਦੀ ਲੋੜ ਹੈ। ਅਤੇ ਤੁਸੀਂ ਆਪਣੇ ਜਿਹੜੇ ਕੰਮ 'ਚ ਲੱਗੇ ਹੋ ਉਹਨੂੰ ਇਕਾਗਰਤਾ ਨਾਲ ਕਰੋ। ਇਹ ਨਾ ਹੋਵੇ ਧਿਆਨ ਕਿਤੇ ਹੋਰ ਹੈ, ਕੰਮ ਕੋਈ ਹੋਰ ਹੈ ਅਤੇ ਕੋਈ ਨੁਕਸਾਨ ਨਾ ਕਰਕੇ ਬਹਿ ਜਾਓ। ਤੋ ਅੱਜ ਤੱਕ 350 ਸਵਾਲਾਂ ਦੇ ਜਵਾਬ ਹੋ ਚੁੱਕੇ ਹੋਏ ਨੇ। ਤੁਸੀਂ ਇਹਨੂੰ ਬਹੁਤ ਪਸੰਦ ਕੀਤਾ ਹੈ। ਸਵਾਲ ਆ ਰਹੇ ਨੇ ਲਗਾਤਾਰ, ਦਾਸ ਉਹਨਾਂ ਦੇ ਜਵਾਬ ਦੇਣ ਦਾ ਯਤਨ ਕਰ ਰਿਹਾ। ਤਤ ਗੁਰਮਤਿ ਗਿਆਨ TV ਦੀ ਜਿਹੜੀ ਟੀਮ ਹੈ ਕੰਮ ਕਰਨ ਵਾਲੀ, ਉਹ ਬੜੀ ਮਿਹਨਤ ਨਾਲ ਕੰਮ ਕਰ ਰਹੀ ਹੈ, ਤੁਹਾਡੇ ਤੱਕ ਇਹ ਆਵਾਜ਼ ਪਹੁੰਚਾ ਰਹੀ ਹੈ। ਅਤੇ ਇਸ ਤਰ੍ਹਾਂ ਤੁਸੀਂ ਜੋ WhatsApp ਨੰਬਰ ਦਿੱਤਾ ਗਿਆ ਹੈ ਉਹਦੇ 'ਤੇ ਆਪਣੇ ਸਵਾਲ ਸੰਖੇਪ ਵਿੱਚ ਲਿਖ ਕੇ ਭੇਜ ਸਕਦੇ ਹੋ ਤਾਂ ਕਿ ਉਹਨਾਂ ਦੇ ਆਉਣ ਵਾਲੇ ਸਮੇਂ 'ਚ ਜਵਾਬ ਦਿੱਤੇ ਜਾ ਸਕਣ। ਹੋਈਆਂ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।